दिखावांगे एक अजिहे जंगल की कहानी जिहड़ा जंगल उड़ के आया सी। जिस जंगल का खेत्रफल भी हाले तक मापिया नहीं जा सकिया। जेकर कोई इस जंगल की लकड़ी नूं कटदा है जां वरतदा है तां उसदी मौत हो जाती है। इस जंगल की लकड़ी की वरतों केवल अंतिम संस्कार वेले जां इस अस्थान ते करवाए जांदे जग जां हवन च ही कीती जा सकती है। इस जंगल च मौजूद दरख्त कदे सुकदे नहीं, पतझड़ दा उन्हां ते कोई असर नहीं हुंदा। इत्थे मिलण वालियां झाड़ियां बूटे पहाड़ां दे नाल मेल खांदे ने। इस जंगल च मौजूद दरख्त आले दुआले दे इलाके दे दरख्तां नाल मेल नहीं खांदे अते इह थां भी पहाड़ वांग ऊंची नीवीं है। जी मैं रणबीर सिंह राणा ते अज असीं पहुंचे हुए हां गुरदासपुर दे पिंड झड़ौली दे एक रहस्यमई जंगल दे विच। बनखंडी दा यह स्थान है जिथे बहुत सारे इस जंगल दे राज ने जो अज बेपर्दा करांगे। उड़ के आया, उड़ के जंगल आ गया, उड़ के रुख आ गया, उड़ के की आ गया। बुजुर्ग सुनाते ने कि जंगल ही उड़दा होया आए करता ही, जिन्ने जिथे वेखिया उत्थे रुक गया। जंगल का कुछ हिस्सा जदों वड्डिया ते जिस बूटे नूं वड्डे करदा ही उसे बूटे दे विच ओह फा लग गया ही। फाहा लग गया, हाँ, ओदी मौत हो गई। हाँ, ओदी मौत हो गई। अच्छा, जिहड़ी लकड़ है ओनू यूज कर सकदा? ਉਹ ਸਿਰਫ ਧੂਣੇ ਦੇ ਵਿੱਚ ਯੂਜ਼ ਹੁੰਦੀ ਹੈ ਜਾਂ ਫਿਰ ਕਿਸੇ ਦੀ ਮੌਤ ਹੋ ਜਾਂਦੀ ਹੈ ਪਿੰਡ ਦੇ ਵਿੱਚ ਤੇ ਨਾਲ ਹੀ ਸ਼ਮਸ਼ਾਨ ਘਾਟ ਹੈ, ਉੱਥੇ ਦਾਹ ਸੰਸਕਾਰ ਦੇ ਵਿੱਚ ਯੂਜ਼ ਹੁੰਦੀ ਹੈ। ਉਸ ਤੋਂ ਇਲਾਵਾ ਕੋਈ ਵੀ ਯੂਜ਼ ਨਹੀਂ ਕਰਦਾ। ਜਿਵੇਂ ਇਹਦੀ ਲੱਕੜ ਜਿਹੜੀ ਹੈ ਉਹ ਵਰਖਾ ਦੇ ਵਿੱਚ ਵੱਗ ਕੇ ਚੱਲ ਗਈ ਸੀ ਤੇ ਕਿਸੇ ਨੇ ਉਹਦਾ ਜਿਹੜਾ ਆਪਣਾ ਸੁਹਾਗਾ ਬਣਾ ਲਿਆ ਸੀ ਤੇ ਜਿੱਦਾਂ ਮਤਲਬ ਉਹ ਸੁਹਾਗਾ ਕੱਸਦਾ ਸੀ ਉਸੇ ਤਰੀਕੇ ਨਾਲ ਉਹਨਾਂ ਦਾ ਮੁੰਡਾ ਸੁੱਕਦਾ ਪਿਆ ਸੀ। ਫਿਰ ਉਹਨਾਂ ਨੇ ਕਿਸੇ ਸਿਆਣੇ ਬੰਦੇ ਨੂੰ ਦਿਖਾਇਆ ਤੇ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੀ ਲੱਕੜ ਹੈ ਉਹ ਬੰਦ ਦੀ ਹੈ ਤੇ ਜਦੋਂ ਉਹ ਬੰਦ ਦੇ ਵਿੱਚ ਲੱਕੜ ਨੂੰ ਛੱਡ ਕੇ ਗਏ ਤੇ ਉਹਨਾਂ ਦਾ ਮੁੰਡਾ ਠੀਕ सिद्ध बनखंडी नाथ या बनखंडी महादेव, बाबा बनखंडी कई नामां तो जानते हैं। बाबा बनखंडी, हाँ जी। अच्छा जी। इन्हां नूं भगवान शिव के 11 रुद्रों में तीसरा रुद्र अवतार मानिया जाता है जी। अच्छा, किसी ग्रंथ च भी जिक्र आउंदा है ना? हाँ जी, महादेव जी शिव महापुराण दे विच आंदा है, भविष्य महापुराण दे विच। बनखंडी धाम दे मुख सेवादार नारायण नाथ जोगी इस वेले साडे नाल ने ते जिहड़ियां ਇਹ ਇੱਟਾਂ ने ਇੱਥੇ मौजूद ने ਇਹ दसियां जा रही ने कि ਇਹ कई सैकड़े सौ साल पुरानियां ने। नारायण नाथ जी दसणगे की खासियत है इन्हां ਇੱਟਾਂ ਦੀ इस जगह दी। ये जिहड़ी ਇੱਟ है हथ नाल बनाई गई है, किसी साचे नाल नहीं बनाई गई है। अच्छा, ਤੇ ਇਹ ਹਜ਼ਾਰਾਂ ਸਾਲ ਪੁਰਾਣੀ ਇੱਟ ਹੈ। ਜਿੱਦਾਂ ਮਿੱਟੀ ਦੇ ਉਹ ਬਣਾ ਕਰਕੇ ਇਦਾਂ ਹੀ ਪਕਾ ਲੈਂਦੇ ਹੀ, ਉਸ ਟਾਈਪ ਦੀ ਇੱਟ ਹੈ। ਤੇ ਇਹ ਸਿੰਧ ਪਾਕਿਸਤਾਨ ਤੋਂ ਜਗ੍ਹਾ ਆਈ ਹੀ। ਇਹਨੂੰ ਮਹਾਰਿਸ਼ੀ ਉਪਮਨਿਊ ਜੀ ਦਾ ਸਥਾਨ ਕਹਿੰਦੇ ਨੇ ਜੀ ਜੀ। ਜਦੋਂ ਬਾਬਾ ਬਨਖੰਡੀ ਨਾਥ ਮਹਾਦੇਵ ਇਸ ਜੰਗਲ ਨੂੰ ਇੱਕ ਰਾਤ ਵਿੱਚ ਲੈ ਕੇ ਆਏ ਹੀ ਤੇ ਇਹ ਜਗ੍ਹਾ ਫਿਰ ਨਾਲ ਹੀ ਆਈ ਦੀ ਹੀ। ਹੁਣ ਇਹਨੂੰ ਨਵੀਨਕਰਨ ਕਰਾਉਣ ਦੇ ਲਈ ਇਹਦੀ ਥੋੜਾ ਜਿਹਾ ਪੁੱਟ ਪੁਟਾਈ ਕੀਤੀ ਗਈ ਹੈ ਤੇ ਦੁਬਾਰਾ ਇਹਦਾ ਜਿਹੜਾ ਹੈ ਮਤਲਬ ਨਵੀਨਕਰਨ ਕੀਤਾ ਜਾਏਗਾ। ਇਹ ਕੀ ਜਗ੍ਹਾ ਤੁਸੀਂ ਮੰਨਦੇ ਹੋ ਕਿ ਕੀ ਹੈਗਾ ਇਹ ਜਿਹੜੀ ਬਣੀ ਹੋਈ ਹੈ ਇੱਥੇ? ਇੱਥੇ ਇੱਕ ਕਾਗਜ਼ ਨਿਕਲਿਆ ਹੀ ਤੇ ਮੋਹਰਾਂ ਨਿਕਲੀਆਂ ਹੀ। ਕਿਹੜੀਆਂ ਮੋਹਰਾਂ? ਮਤਲਬ ਪਿੱਤਲ ਟਾਈਪ ਦੇ ਵਿੱਚ ਹੀ, ਉਰਦੂ ਦੇ ਵਿੱਚ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੀ ਤੇ ਉਹਦੇ ਵਿੱਚ ਜੋ ਹੈ ਅਸੀਂ ਚੈੱਕ ਚੁੱਕ ਕਰਾਈਆਂ ਹੀ ਤੇ ਪਤਾ ਨਹੀਂ ਕਿਹੜੀ ਧਾਤੂ ਦੀਆਂ ਹੀ। ਬਾਕੀ ਇੱਕ ਕਾਗਜ਼ ਨਿਕਲਿਆ ਹੀ ਉਹਦੇ ਵਿੱਚ ਮਹਾਰਸ਼ੀ ਉਪਮਨਿਊ ਲਿਖਿਆ ਹੋਇਆ ਹੀ। ਅੱਛਾ, ਸੰਸਕ੍ਰਿਤ ਦੇ ਵਿੱਚ। ਕੋਈ ਸਨ ਸੀਗਾ ਵੀ ਕਿਹੜੇ ਸਾਲ ਕਿਹੜੇ ਕੁਝ ਪਤਾ ਲੱਗਿਆ ਉਹਦੇ ਤੇ ਲਿਖਿਆ ਹੋਇਆ ਸੀ ਨਾਲ ਕੁਝ?
ਉਹ ਮਤਲਬ ਗਲ ਗਿਆ ਹੀ, ਇੱਕ ਭੋਜ ਪੱਤਰ ਟਾਈਪ ਦੇ ਵਿੱਚ ਕਾਗਜ਼ ਸੀਗਾ, ਗਲ ਗਿਆ ਹੀ, ਤਾਂ ਕਰਕੇ ਮਤਲਬ ਉਹ ਕਲੀਅਰ ਨਹੀਂ ਸੀ। ਕੀ ਦੱਸਦੇ ਕੀ ਨੇ ਕਿ ਕਿੰਨੇ 100 ਸਾਲ ਦੇ ਪਹਿਲਾਂ ਦੀ ਇਹ ਹੋਣੀਆਂ ਇੱਟਾਂ, ਜਾਂ ਜਿਵੇਂ ਤੁਸੀਂ ਦੱਸ ਰਹੇ ਹੋ? ਇਹ ਹਜ਼ਾਰਾਂ ਸਾਲ ਪੁਰਾਣੀ ਇੱਟ ਹੈ, ਕਿਉਂਕਿ ਉਦੋਂ ਲੋਕੀ ਸਾਚੇ ਸੁੱਚੇ ਨਹੀਂ ਹੁੰਦੇ ਸੀ, ਹੱਥਾਂ ਨਾਲ ਹੀ ਮਿੱਟੀ ਨੂੰ ਕਰਕੇ ਤੇ ਸੁਕਾ ਕਰਕੇ ਮਤਲਬ ਗਰਮ ਕਰ ਲੈਂਦੇ ਸੀ। ਆਜੋ ਆਪਾਂ ਅੱਗੇ ਵਧਦੇ ਨਾਲ ਇਹ ਇੱਟਾਂ ਬਣਾਉਂਦੇ ਸੀ। ਇਹ ਤੁਹਾਨੂੰ ਦੱਸਦੇ ਵੀ ਚੱਲਦੇ ਆ ਕਿ ਇਹ ਜਿਹੜਾ ਜੰਗਲ ਹੈ ਬਾਬਾ ਬਣਖੰਡੀ ਧਾਮ ਇਸ ਨੂੰ ਕਿਹਾ ਜਾਂਦਾ ਹੈ, ਤੇ ਇਹ 2-2.5 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਜੰਗਲ ਹੈ। ਹਾਂਜੀ, ਇਹ 2.5 ਕਿਲੋਮੀਟਰ ਦਾ ਏਰੀਆ ਹੈ ਚਾਰੇ ਪਾਸੇ। ਆ ਜਾਓ। ਔਰ ਇਹਦੇ ਚਾਰੇ ਪਾਸੇ ਰੋਡ ਬਣਿਆ ਹੋਇਆ ਹੈ। ਜੀ ਜੀ ਜੀ, 2.5 ਕਿਲੋਮੀਟਰ ਬਹੁਤ ਏਰੀਆ ਹੋ ਜਾਂਦਾ। ਤੇ ਇਹ ਜਿਹੜੇ ਇੱਥੇ ਦਰਖਤ ਮੈਂ ਦੇਖ ਰਿਹਾ ਹਾਂ, ਰੁੱਖ ਨੇ, ਪੌਦੇ ਨੇ, ਇਹ ਵੱਖ-ਵੱਖ ਡਿਫਰੈਂਟ ਟਾਈਪਸ ਦੇ ਨੇ, ਕਿਸਮਾਂ ਇਹਨਾਂ ਦੀਆਂ ਵੱਖ-ਵੱਖ ਨੇ। ਕਿਹੜੇ-ਕਿਹੜੇ ਤੁਸੀਂ ਇੱਥੇ ਮੌਜੂਦ ਨੇ ਦਰਖਤ ਜਦੋਂ ਤੁਸੀਂ ਦੇਖਦੇ ਹੋ? ਇੱਧਰ ਮੌਜੂਦਗੀ ਵਾਲੇ ਸਿਰਫ ਖਜੂਰ ਦੇ ਬੂਟੇ ਨੇ, ਬਾਕੀ ਜਿਹੜੇ ਅੰਦਰ ਬੂਟੇ ਨੇ ਉਹ ਬੂਟੇ ਇੱਥੇ ਕਿਤੇ ਵੀ ਲਾਗੇ ਸਾਗੇ ਨਹੀਂ ਮਿਲਦੇ। ਉੱਥੇ ਏਰੀਆ 'ਚ ਨਹੀਂ ਹੁੰਦੇ ਇਸ ਤਰ੍ਹਾਂ ਦੇ? ਇਸ ਏਰੀਆ ਦੇ ਵਿੱਚ ਨਹੀਂ ਹੁੰਦੇ। ਸਿਰਫ ਇਹ ਕੁਝ ਬੂਟੇ ਜਿਹੜੇ ਨੇ ਜਿਹੜੇ ਆਪਣਾ ਇਸ ਕਿਨਾਰੇ ਦੇ ਵਿੱਚ ਨੇ ਖਜੂਰ ਦੇ। ਤੇ ਇਹ ਮਹਾਰਿਸ਼ੀ ਉਪਮਨਿਊ ਜੀ ਦਾ ਜਿਹੜਾ ਇਹ ਸਥਾਨ ਹੈ, ਉਹਨਾਂ ਦੀ ਜਿਹੜੀ ਸਮਾਧੀ ਹੈ, ਉਹਦੇ ਲਾਗੇ ਸਾਗੇ ਖਜੂਰ ਦੇ ਬੂਟੇ ਨੇ। ਅੱਗੇ ਜਿਹੜੇ ਬੂਟੇ ਨੇ ਫਿਰ ਉਹ ਕਿਹੜੇ ਨੇ? ਬਾਕੀ ਉਹਨਾਂ ਦਾ ਨਾਂ ਨਹੀਂ ਪਤਾ। ਮਤਲਬ ਪਹਾੜੀ ਬੂਟੇ ਜਿੱਦਾਂ ਹੁੰਦੇ ਨੇ ਨਾ, ਕੋਈ ਜੰਗਲਾਂ 'ਚ ਹੁੰਦੇ ਨੇ, ਪਹਾੜਾਂ ਦੇ ਵਿੱਚ ਹੁੰਦੇ ਨੇ, ਉਹੋ ਜਿਹੇ ਬੂਟੇ ਨੇ। ਤੇ ਇਹਨਾਂ ਨੂੰ ਲੋਕੀ ਜੜੀ ਬੂਟੀ ਵੀ ਕਹਿੰਦੇ ਨੇ ਕਈ ਨਾਮਾਂ ਤੋਂ। ਅੱਛਾ, ਜਿਹੜੀ ਗੱਲ ਤੁਸੀਂ ਦੱਸ ਰਹੇ ਸੀਗੇ ਕਿ ਇਹ ਉੜ ਕੇ ਆਇਆ, ਉੜ ਕੇ ਕੀ? ਉੜ ਕੇ ਜੰਗਲ ਆ ਗਿਆ, ਉੜ ਕੇ ਰੁੱਖ ਆ ਗਿਆ, ਉੜ ਕੇ ਕੀ ਆ ਗਿਆ? ਬਜ਼ੁਰਗ ਸੁਣਾਉਂਦੇ ਨੇ ਕਿ ਜੰਗਲ ਹੀ ਉੜਦਾ ਹੋਇਆ ਆਏ ਕਰਦਾ ਸੀ, ਜਿੰਨੇ ਜਿੱਥੇ ਵੇਖਿਆ ਉੱਥੇ ਰੁਕ ਗਿਆ। ਇੱਥੇ ਨਾਲ ਪਿੰਡ ਕਟਾਰੂ ਚੱਕ ਪੈਂਦਾ ਹੈ, ਜਿੱਥੇ ਇੱਕ ਬਜ਼ੁਰਗ ਮਾਤਾ ਨੇ ਜੰਗਲ ਉੜਦਾ ਵੇਖਿਆ ਸੀ ਤੇ ਉਹਨੇ ਪਿੰਡ ਨੂੰ ਜਾ ਕੇ ਦੱਸਣ ਨੂੰ ਕੋਸ਼ਿਸ਼ ਕੀਤੀ, ਤੇ ਜਿੰਨਾ ਉਹਨੇ ਜੰਗਲ ਦੇਖਿਆ ਸੀ ਨਾ, ਉੱਥੇ ਰੁਕ ਗਿਆ ਸੀ। ਤੇ ਕੁਝ ਇਹਦਾ ਹਿੱਸਾ ਇੱਥੇ ਨਾਲ ਪਿੰਡ ਹੈ ਜੰਡੀ ਜੀ। ਇਹ ਕਟਾਰੂ ਚੱਕ ਦੇ ਰਸਤੇ ਜਦੋਂ ਘਰੋਟੇ ਤੋਂ ਜਾਂਦੇ ਆ, ਤੇ ਰਸਤੇ ਦੇ ਵਿੱਚ ਜੰਡੀ ਪਿੰਡ ਆਂਦਾ ਹੈ, ਉੱਥੇ ਵੀ ਕੁਝ ਲਗਭਗ 2.5 ਕਨਾਲ ਏਰੀਆ ਜੰਗਲ ਰੁਕਿਆ ਹੈ। ਅੱਛਾ। ਤੇ ਲਾਗੇ ਸਾਗੇ ਵੀ 1-2 ਬੂਟੇ ਰੁਕੇ ਨੇ। ਪਰ ਨਾਰਾਇਣ ਨਾਥ ਜੀ, ਜਿਹੜੇ ਦਰਸ਼ਕ ਨੇ, ਜਿਹੜੇ ਦੇਖ ਰਹੇ ਹੋਣਗੇ ਇਸ ਵੀਡੀਓ ਨੂੰ, ਉਹਨਾਂ ਨੂੰ ਇਹ ਯਕੀਨ ਕਰਨਾ ਬਹੁਤ ਔਖਾ ਏ ਕਿ ਕੋਈ ਜੰਗਲ ਉੱਡ ਕੇ ਵੀ ਆ ਸਕਦਾ ਹੈ। ਬਿਲਕੁਲ ਸਹੀ ਹੈ। ਹਾਂਜੀ। ਤਾਂ ਫਿਰ ਕਿਵੇਂ ਯਕੀਨ ਕਰਨ ਉਹ? ਇਹ ਜਿਹੜੀ ਜਗ੍ਹਾ ਹੈ ਲੋਕਾਂ ਦੇ ਨਾਂ ਬਜਦੀ ਹੈ। ਅੱਛਾ। ਪਰ ਇਹਦੀ ਕੋਈ ਵੀ ਲੱਕੜੀ ਪੁੱਟ ਨਹੀਂ ਸਕਦਾ ਹੈ। ਪਿਛਲੇ ਕੋਈ ਬਜ਼ੁਰਗ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਹੀ। ਉਹਨਾਂ ਨੇ ਇੱਕ ਬੂਟੇ ਨੂੰ ਵੱਢ ਕੇ ਸਤੀਰ ਬਣਾ ਕਰਕੇ ਕੋਠੇ ਦੇ ਉੱਤੇ ਲਾ ਲਿਆ ਸੀ, ਤੇ ਕੋਠੇ ਦੇ ਉੱਪਰ ਹੀ ਹਰਾ ਹੋ ਗਿਆ ਸੀ। ਤੇ ਉਸੇ ਬਜ਼ੁਰਗ ਨੇ ਜੰਗਲ ਦਾ ਕੁਝ ਹਿੱਸਾ ਜਦੋਂ ਵੱਢਿਆ ਤੇ ਜਿਸ ਬੂਟੇ ਨੂੰ ਵੱਡੇ ਕਰਦਾ ਸੀ, ਉਸੇ ਬੂਟੇ ਦੇ ਵਿੱਚ ਉਹ ਫਲ ਲੱਗ ਗਿਆ ਸੀ। ਫਾਹਾ ਲੱਗ ਗਿਆ ਸੀ? ਹਾਂ। ਉਹਦੀ ਮੌਤ ਹੋ ਗਈ? ਹਾਂ, ਉਹਦੀ ਮੌਤ ਹੋ ਗਈ ਸੀ। ਤਾਂ ਕਰਕੇ ਮਤਲਬ ਹੋਰ ਵੀ ਬਹੁਤ ਜ਼ਿਆਦਾ ਇਹੋ ਜਿਹੀ ਘਟਨਾਵਾਂ ਹੋਈਆਂ ਨੇ, ਜਿਨ੍ਹਾਂ ਕਰਕੇ ਮਤਲਬ ਸਾਬਿਤ ਹੁੰਦਾ ਹੈ ਕਿ ਇਹ ਵਾਕਈ ਜਿਹੜੀ ਗੱਲ ਹੈ ਸੱਚ ਹੈ। ਅੱਛਾ, ਅੱਗੇ ਚੱਲਦੇ ਆ, ਨਾਲ ਨਾਲ ਸਮਝਦੇ ਵੀ ਆ ਤੁਹਾਤੋਂ, ਕਿਉਂਕਿ ਰਸਤਾ ਜਿਹੜਾ ਇਸ ਜੰਗਲ ਦੇ ਵਿੱਚ ਉਹ ਬਿਲਕੁਲ ਵੀ ਮੈਂ ਆਪਣੀ ਲਾਈਫ ਦੇ ਵਿੱਚ ਨਹੀਂ ਦੇਖਿਆ ਕਿ ਇਸ ਤਰ੍ਹਾਂ ਕੋਈ ਜਗ੍ਹਾ ਹੋਵੇ ਕਿ ਜਿੱਥੇ ਨੂੰ ਕੋਈ ਰਸਤਾ ਬਿਲਕੁਲ ਨਾ ਹੋਵੇ, ਤੇ ਆਪ ਉੱਗੀਆਂ ਝਾੜੀਆਂ, ਆਪੋਂ ਉੱਗੇ ਜਿਹੜੇ ਦਰਖਤ ਨੇ। ਜਿਹੜੀ ਨਾਰਾਇਣ ਨਾਥ ਜੋਗੀ ਜੀ ਤੁਸੀਂ ਗੱਲ ਦੱਸੀ ਹੈ, ਇੱਕ ਬਹੁਤ ਇੰਪੋਰਟੈਂਟ ਗੱਲ ਤੁਸੀਂ ਦੱਸੀ ਹੈ ਕਿ ਇਹ ਜਿਹੜੀ ਜਗ੍ਹਾ ਹੈ, ਇਹ ਇਸ ਧਾਮ ਦੇ ਨਾਮ ਨਹੀਂ ਹੈਗੀ। ਜਾਨਵਰ ਆਏ ਦੇ ਨੇ। ਹਾਂ, ਇਹ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਨੇ। ਇਹ ਜਾਨਵਰ ਵੀ ਕੋਈ ਵੱਡਾ ਲੱਗਦਾ ਥੋੜਾ ਜਿਹਾ। ਹਾਂਜੀ ਹਾਂਜੀ। ਅੱਛਾ, ਇੱਕ ਗੱਲ ਜਿਹੜੀ ਕਰ ਰਹੇ ਸੀਗੇ ਅਸੀਂ, ਕਿ ਜਿਹੜੀ ਤੁਸੀਂ ਇਹ ਦੱਸ ਰਹੇ ਹੋ ਕਿ 2-2.5 ਕਿਲੋਮੀਟਰ ਦਾ ਏਰੀਆ, ਤੇ ਇਹ ਜਿਹੜੀ ਜਗ੍ਹਾ ਵੀ ਤੁਸੀਂ ਦੱਸ ਰਹੇ ਹੋ ਕਿ ਇਹ ਲੋਕਾਂ ਦੇ ਨਾਮ ਹੈ, ਰਜਿਸਟਰਡ ਹੈ, ਮਤਲਬ ਹਨਾ, ਉਹਨਾਂ ਦੇ ਨਾਮ ਹੈ, ਪਰ ਉਹ ਵਰਤਦੇ ਨਹੀਂ ਹੈਗੇ। ਵਰਤ ਹੀ ਨਹੀਂ ਸਕਦੇ। ਅੱਛਾ। ਜਿੰਨੇ ਵੀ ਕੋਸ਼ਿਸ਼ ਕੀਤੀ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਇਸ ਕਰਕੇ ਇਹਨੂੰ ਕੋਈ ਵੀ ਨਹੀਂ ਵਰਤਦਾ। ਅੱਛਾ, ਜਿਹੜੀ ਲੱਕੜ ਹੈ ਉਹਨੂੰ ਯੂਜ਼ ਕਰ ਸਕਦੇ ਹਾਂ? ਉਹ ਸਿਰਫ ਧੂਣੇ ਦੇ ਵਿੱਚ ਯੂਜ਼ ਹੁੰਦੀ ਹੈ, ਜਾਂ ਫਿਰ ਕਿਸੇ ਦੀ ਮੌਤ ਹੋ ਜਾਂਦੀ ਹੈ ਪਿੰਡ ਦੇ ਵਿੱਚ, ਤੇ ਨਾਲ ਹੀ ਸ਼ਮਸ਼ਾਨ ਘਾਟ ਹੈ, ਉੱਥੇ ਦਾਹ ਸੰਸਕਾਰ ਦੇ ਵਿੱਚ ਯੂਜ਼ ਹੁੰਦੀ ਹੈ। ਉਸ ਤੋਂ ਇਲਾਵਾ ਕੋਈ ਵੀ ਯੂਜ਼ ਨਹੀਂ ਕਰਦਾ। ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਦਰਖਤਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ, ਚੁਗਾਠਾਂ ਤੱਕ, ਦਰਵਾਜ਼ੇ, ਜਾਂ ਹੋਰ ਜਿਹੜੀਆਂ ਚੀਜ਼ਾਂ ਜਾਂ ਹੋਰ ਥਾਵਾਂ ਤੇ ਕੰਮ ਆਉਂਦੀਆਂ ਨੇ, ਬਾਲੇ, ਛੱਤਾਂ, ਜਾਂ ਈਵਨ ਕਿ ਜਿੰਨੀਆਂ ਵੀ ਚੀਜ਼ਾਂ ਲੱਕੜ ਤੋਂ ਬਣਦੀਆਂ ਨੇ, ਉਹਨਾਂ ਲਈ ਇਹ ਜਿਹੜੇ ਰੁੱਖਾਂ ਦੀ ਲੱਕੜੀ ਨਹੀਂ ਵਰਤੀ ਜਾ ਸਕਦੀ? ਨਹੀਂ ਵਰਤੀ ਜਾ ਸਕਦੀ। ਕੇਵਲ ਧੂਣੇ ਦੇ ਵਿੱਚ ਜਾਂ ਮੰਦਿਰ ਜਿਹੜਾ
ਜਿਹੜਾ ਲੰਗਰ ਭੰਡਾਰਾ ਬਣਦਾ ਹੈ ਜਾਂ ਫਿਰ ਜਿਹੜਾ ਆਪਣਾ ਇੱਥੇ ਦਾਹ ਸੰਸਕਾਰ ਕਰਦੇ ਨੇ ਉਹਦੇ ਵਿੱਚ ਹੀ ਯੂਜ਼ ਕਰਦੇ ਨੇ। ਉਸ ਤੋਂ ਇਲਾਵਾ ਕੋਈ ਜਾਂ ਜਿਹੜੇ ਹਵਨ ਜਾਂ ਯੱਗ ਹੁੰਦੇ ਨੇ ਕੋਈ, ਹਾਂ ਹਵਨ ਦੇ ਵਿੱਚ ਵੀ ਇਹ ਕਿਉਂ ਹੈ, ਇਸ ਤਰ੍ਹਾਂ ਕਿਉਂ ਹੈ ਕਿ ਕਿਉਂ ਨਹੀਂ ਯੂਜ਼ ਕਰ ਸਕਦੇ? ਇਹਦਾ ਕੋਈ ਕਾਰਨ ਦੱਸਦੇ ਹੋ? ਹਾਂਜੀ, ਕਹਿੰਦੇ ਨੇ ਇੱਕ ਵਾਰੀ ਇਹਦੀ ਲੱਕੜ ਜਿਹੜੀ ਹੈ ਉਹ ਬਰਖਾ ਦੇ ਵਿੱਚ ਵੱਗ ਕੇ ਚੱਲ ਗਈ ਸੀ ਤੇ ਕਿਸੇ ਨੇ ਉਹਦਾ ਜਿਹੜਾ ਆਪਣਾ ਸੁਹਾਗਾ ਬਣਾ ਲਿਆ ਸੀ ਤੇ ਜਿੱਦਾਂ ਮਤਲਬ ਉਹ ਸੁਹਾਗਾ ਕੱਸਦਾ ਸੀ ਉਸੇ ਤਰੀਕੇ ਨਾਲ ਉਹਨਾਂ ਦਾ ਮੁੰਡਾ ਸੁੱਕਦਾ ਪਿਆ ਸੀ। ਫਿਰ ਉਹਨਾਂ ਨੇ ਕਿਸੇ ਸਿਆਣੇ ਬੰਦੇ ਨੂੰ ਦਿਖਾਇਆ ਤੇ ਉਹਨਾਂ ਨੂੰ ਦੱਸਿਆ ਕਿ ਇਹ ਜਿਹੜੀ ਲੱਕੜ ਹੈ ਉਹ ਵਣ ਦੀ ਹੈ ਤੇ ਜਦੋਂ ਉਹ ਵਣ ਦੇ ਵਿੱਚ ਲੱਕੜ ਨੂੰ ਛੱਡ ਕੇ ਗਏ ਤੇ ਉਹਨਾਂ ਦਾ ਮੁੰਡਾ ਠੀਕ ਹੋ ਗਿਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ, ਬਹੁਤ ਜ਼ਿਆਦਾ ਕਹਾਣੀਆਂ ਨੇ ਤੇ ਜਿਨ੍ਹਾਂ ਕਰਕੇ ਮਤਲਬ। ਅੱਛਾ, ਇੱਕ ਹੋਰ ਵੀ ਕੋਈ ਕਾਰਨ ਹੈ ਇਸ ਦਾ ਕਿ ਜਿਹੜੇ ਸਭ ਤੋਂ ਪਹਿਲਾਂ ਇੱਥੇ ਜਿਹੜੇ ਤੁਸੀਂ ਦੱਸਦੇ ਹੋ ਕਿ ਇਸ ਜੇ ਜੰਗਲ ਉੜ ਕੇ ਆਇਆ, ਸਭ ਤੋਂ ਪਹਿਲਾਂ ਕਿਹੜੇ ਮਹਾਰਿਸ਼ੀ ਜਾਂ ਕਿਹੜੇ ਬਾਬਾ ਗੁਰੂ ਜੀ ਸੀਗੇ ਜਿਨ੍ਹਾਂ ਦੇ ਵੱਲੋਂ ਉਹ ਕੀ ਕੌਣ ਨੇ, ਸਾਨੂੰ ਉਹਨਾਂ ਬਾਰੇ ਥੋੜਾ ਜਿਹਾ ਵੀ ਦੱਸੋ। ਜਿਹੜੇ ਜੰਗਲ ਲੈ ਕੇ ਆਏ ਸੀ ਉਹਨਾਂ ਨੂੰ ਸਿੱਧ ਬਨਖੰਡੀ ਨਾਥ ਜਾਂ ਬਨਖੰਡੀ ਮਹਾਦੇਵ, ਬਾਬਾ ਬਨਖੰਡੀ ਕਈ ਨਾਮਾਂ ਤੋਂ ਜਾਣਦੇ ਹਾਂ। ਬਾਬਾ ਬਨਖੰਡੀ ਜੀ, ਹਾਂਜੀ ਹਾਂਜੀ, ਅੱਛਾ ਜੀ। ਇਹਨਾਂ ਨੂੰ ਭਗਵਾਨ शिव के 11 रुद्रों में तीसरा रुद्र अवतार ਮੰਨਿਆ ਜਾਂਦਾ ਹੈ ਜੀ। ਉਸ ਤੋਂ ਇਲਾਵਾ ਇਹਨਾਂ ਦੇ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕਈ ਸਥਾਨ ਨੇ ਤੇ ਇੱਥੇ ਹੋਰ ਵੀ ਜੰਗਲ ਜਿਹੜਾ ਲੈ ਕੇ ਆਏ ਸੀ ਬਾਬਾ ਬਨਖੰਡੀ ਨਾਥ ਲੈ ਕੇ ਆਏ ਸੀ। ਬਾਕੀ ਇਹ ਜਿਹੜੀ ਬਾਬਾ ਬਨਖੰਡੀ ਜੀ ਦੀ ਤੁਸੀਂ ਗੱਲ ਕਰਦੇ ਹੋ, ਇਹ ਕਰੀਬ ਕਿੰਨੇ ਸਾਲ ਪਹਿਲਾਂ ਦੀ ਗੱਲ ਹੋਣੀ ਹੈ? ਅੰਦਾਜ਼ਾ ਹੀ ਲੱਗਦਾ ਹੈ ਇਹੀ ਕੋਈ ਮਤਲਬ 700-800 ਸਾਲ ਪੁਰਾਣੀ ਲੋਕੀ ਦੱਸਦੇ ਨੇ, ਪਰ ਇਹਦਾ ਕੋਈ ਪਤਾ ਨਹੀਂ ਹੈ। ਇਸ ਇੱਟ ਦੇ ਮੁਤਾਬਕ ਤੇ ਬਹੁਤ ਜ਼ਿਆਦਾ ਪੁਰਾਣੀ ਲੱਗਦੀ ਹੈ। ਕਦੇ ਕੋਈ ਜਿਹੜੇ ਜਿਓਲੋਜੀ ਡਿਪਾਰਟਮੈਂਟ ਹੁੰਦਾ ਹੈ ਜਿਹੜਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਖੋਜਬੀਨ ਕਰਦਾ ਹੈ, ਉਹਨਾਂ ਨੇ ਕਦੇ ਇੱਥੇ ਆ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ? ਜੀ ਉਹਨਾਂ ਨੇ ਕੋਈ ਚੈੱਕ ਨਹੀਂ ਕੀਤਾ ਹੈ ਇੱਥੇ। ਬਾਕੀ ਤੁਸੀਂ ਵੇਖ ਸਕਦੇ ਹੋ ਇਹੋ ਜੀ ਇੱਟ ਕਿਤੇ ਨਹੀਂ ਮਿਲਦੀ, ਕਿਤੇ ਵੀ ਨਹੀਂ ਮਿਲ ਸਕਦੀ। ਮੈਂ ਕਹਿੰਦਾ ਪੂਰੇ ਭਾਰਤ ਦੇ ਵਿੱਚ ਵੀ ਨਹੀਂ ਮਿਲ ਸਕਦੀ ਇਹੋ ਜਿਹੀ ਇੱਟ। ਜਿਹੜੀ ਤੁਸੀਂ ਇੱਕ ਗੱਲ ਕਰ ਰਹੇ ਸੀਗੇ ਕਿ ਜਿਹੜੀਆਂ ਮੋਹਰਾਂ ਸੀਗੀਆਂ ਉਹਦੀ ਵੀ ਧਾਤ ਦਾ ਪਤਾ ਨਹੀਂ ਲੱਗਿਆ? ਹਾਂਜੀ, ਉਹਦਾ ਪਤਾ ਨਹੀਂ ਲੱਗਿਆ ਸੀ, ਦਿੱਲੀ ਭੇਜੀਆਂ ਸੀ ਤੇ ਹਾਲੇ ਤੱਕ ਉਹਦਾ ਕੋਈ ਵੀ ਰਿਜ਼ਲਟ। ਕਿਉਂਕਿ ਧਾਤ ਆਪਾਂ ਨੂੰ ਪਤਾ ਹੀ ਹੈ ਕਿ ਸੋਨਾ ਏ, ਪਿੱਤਲ ਹੈ, ਲੋਹਾ ਏ, ਤਾਂਬਾ ਏ, ਇਸ ਤਰ੍ਹਾਂ ਦੀਆਂ ਧਾਤਾਂ ਜਿਹੜੀਆਂ ਨੇ ਚਲਦੀਆਂ ਨੇ, ਪਰ ਉਹਨਾਂ ਦੇ ਵਿੱਚੋਂ ਕੋਈ ਨਹੀਂ ਸੀ। ਦਿਖਣ ਨੂੰ ਤੇ ਸੋਨੇ ਵਰਗੀ ਲੱਗਦੀ ਸੀ ਬਟ ਨਾ ਤੇ ਉਹ ਸੋਨਾ ਦੱਸਿਆ, ਨਾ ਹੀ ਪਿੱਤਲ ਦੱਸਿਆ, ਨਾ ਹੀ ਕੋਈ ਹੋਰ ਧਾਤੂ ਦੱਸੀ। ਉਹ ਪਤਾ ਹੀ ਨਹੀਂ ਲੱਗਿਆ ਕਿਹੜੀ ਧਾਤੂ ਹੈ। ਅੱਛਾ ਨਾਰਾਇਣ ਨਾਥ ਜੀ, ਕੋਈ ਇੱਥੇ ਸਾਨੂੰ ਸੁਣਨ ਦੇ ਵਿੱਚ ਆਇਆ ਸੀ ਕਿ ਸ਼ਾਇਦ ਕੋਈ ਸ਼ਰਾਪ ਵੀ ਦਿੱਤਾ ਗਿਆ ਸੀ ਬਾਬਾ ਜੀ ਵੱਲੋਂ? ਹਾਂ, ਬਾਬਾ ਜੀ ਨੇ ਸ਼ਰਾਪ ਦਿੱਤਾ ਸੀ ਇਸ ਜਗ੍ਹਾ ਨੂੰ ਜਿੰਦੇ ਜੀ ਨਹੀਂ ਇਸਤੇਮਾਲ ਕਰ ਸਕਦੇ ਆਪਣੇ ਯੂਜ਼ ਲਈ, ਕੇਵਲ ਇੱਥੋਂ ਦੀ ਲੱਕੜ ਦਾਹ ਸੰਸਕਾਰ ਵਾਸਤੇ ਜਾਂ ਲੰਗਰ ਭੰਡਾਰੇ ਵਾਸਤੇ। ਇਹ ਤਾਂ ਤੁਸੀਂ ਪਹਿਲਾਂ ਵੀ ਦੱਸੀ ਗੱਲ ਕਿ ਲੱਕੜ ਨਹੀਂ ਯੂਜ਼ ਕਰ ਸਕਦੇ ਹੈਗੇ, ਜੇ ਕੋਈ ਕਰਦਾ ਤਾਂ ਮੌਤ ਤੱਕ ਹੋ ਜਾਂਦੀ ਹੈ। ਜਿਹੜੀ ਜਗ੍ਹਾ ਦੀ ਗੱਲ ਉਹ ਵੀ ਇਸੇ ਤਰ੍ਹਾਂ ਹੀ ਹੈ? ਹਾਂ, ਜਿਸ ਕਿਸਾਨ ਨੇ ਹਲ ਚਲਾਇਆ ਹੀ ਇਹਨਾਂ ਦੇ ਉੱਤੇ ਉਹਨੂੰ ਬਾਬਾ ਜੀ ਨੇ ਸ਼ਰਾਪ ਦਿੱਤਾ ਹੀ ਕਿ ਤੇਰਾ ਵੰਸ਼ ਤੇ ਚੱਲੇਗਾ, ਪਰ ਤੇਰੇ ਵੰਸ਼ ਦੇ ਹਰ ਤੀਜੀ ਚੌਥੀ ਪੀੜ੍ਹੀ ਦੇ ਵਿੱਚ ਜੇ 4 ਮੁੰਡੇ ਹੋਣਗੇ ਤਾਂ ਇੱਕ ਦੇ ਘਰ ਬੇਗਾਨਾ ਆ ਕੇ ਸੰਭੂਗਾ, ਤਾਂ ਕਿ ਤੁਹਾਨੂੰ ਯਾਦ ਰਹੇ ਕਿ ਕਿਸੇ ਵੀ ਤੁਸੀਂ ਸਾਧੂ ਮਹਾਤਮਾ ਦੀ ਭਗਤੀ ਨੂੰ ਲਾਲਚ ਦੇ ਵਿੱਚ ਪੈ ਕੇ ਭੰਗ ਨਾ ਕਰੋ, ਇਸ ਜਗ੍ਹਾ ਜ਼ਮੀਨ ਦੇ ਲਾਲਚ ਵਾਸਤੇ। ਤੁਹਾਡਾ ਕਹਿਣਾ ਇਹ ਹੈ ਕਿ ਬਾਬਾ ਜੀ ਨੇ ਇਹ ਸ਼ਰਾਪ ਦਿੱਤਾ ਸੀ ਕਿ ਜੇ 4 ਬੱਚੇ ਹੁੰਦੇ ਨੇ ਤਾਂ ਇੱਕ ਬੱਚੇ ਦੇ ਸੰਤਾਨ ਨਹੀਂ ਹੋਊਗੀ? ਸੰਤਾਨ ਤੇ ਹੋਏਗੀ ਪਰ ਉਹਦੇ ਘਰ ਬੇਗਾਨਾ ਯਾਨੀ ਜਵਾਈ ਬੈਠੇਗਾ। ਅੱਛਾ, ਤਾਂ ਕਿ ਮਤਲਬ ਉਹਨਾਂ ਨੂੰ ਯਾਦ ਰਹੇ ਕਿ ਅਸੀਂ ਮਤਲਬ ਇਸ ਤਰ੍ਹਾਂ ਮਤਲਬ ਜਗ੍ਹਾ ਦੇ ਨਾਲ। ਅੱਛਾ, ਇਹ ਇੱਕ ਕਿਸਾਨ ਦੇ ਨਾਲ, ਇੱਕ ਵਿਅਕਤੀ ਦੇ ਨਾਲ ਵਾਪਰੀ ਗੱਲ ਹੈਗੀ ਆ ਜਾਂ ਕਈਆਂ ਨੇ ਹਲ ਚਲਾਉਣ ਦੀ ਕੋਸ਼ਿਸ਼ ਕੀਤੀ ਇੱਥੇ? ਮਤਲਬ ਕਿਉਂਕਿ ਹੁੰਦਾ ਹੀ ਹੈ ਨਾ, ਜਿਹਦੀ ਜ਼ਮੀਨ ਹੁੰਦੀ ਆ ਉਹ ਕਹਿੰਦਾ ਸਾਡੀ ਜ਼ਮੀਨ ਹੈ ਤੇ ਅਸੀਂ ਵਾਹੁਣਾ ਚਾਹੁੰਦੇ ਹਾਂ, ਜਿਵੇਂ ਆਮ ਕਰਕੇ ਆਪਾਂ ਦੇਖਦੇ ਹਾਂ ਆਮ ਲੋਕਾਂ ਦੇ ਵਿੱਚ। ਹਾਂਜੀ, ਇੱਕ ਦੁਆ ਦੇ ਨਾਲ ਜਦੋਂ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਕਿਸੇ ਨੇ ਹੱਥ ਨਹੀਂ ਲਾਇਆ। ਬਾਕੀ ਕਈਆਂ ਨੇ ਲੱਕੜ ਵੱਢਣੇ ਦੀ ਕੋਸ਼ਿਸ਼ ਕੀਤੀਆਂ, ਕੋਈ ਅੰਨਾ ਹੋ ਜਾਂਦਾ ਸੀ, ਕਿਸੇ ਦੇ ਨਾਲ ਕੋਈ ਨਾ ਕੋਈ ਘਟਨਾ ਜਦੋਂ ਵਾਪਰਦੀ ਸੀ ਉਸ ਤੋਂ ਬਾਅਦ ਕਿਸੇ ਨੇ ਵੀ ਇੱਥੇ ਹੁਣ ਪੂਜਦੇ ਨੇ ਲੋਕ ਇਸ ਥਾਂ ਨੂੰ, ਲੋਕ ਆਉਂਦੇ ਨੇ ਹਰ ਰੋਜ਼ ਬਹੁਤ ਸਾਰੇ। ਹਾਂਜੀ, ਇੱਥੇ ਮਹਾਸੇ ਬਿਰਾਦਰੀ ਦੀ 27 ਜਾਤਾਂ ਆਂਦੀਆਂ ਨੇ ਤੇ ਖਜੂਰੀਏ ਬ੍ਰਾਹਮਣ ਜੋ ਮਹਾਰਿਸ਼ੀ ਉਪਮਨਿਊ ਜੀ ਦੇ ਵੰਸ਼ਜ ਨੇ, ਜਿਨ੍ਹਾਂ ਦੇ ਲਈ ਬਾਬਾ ਜੀ ਇਹ ਜੰਗਲ ਉੱਥੋਂ ਲੈ ਕੇ ਆਏ ਹੀ। ਉੱਥੇ ਬਾਬਾ ਜੀ ਨੇ ਕਾਇਆ ਗਵਾਲ, ਧਰਮਰਾਜ ਖਜੂਰੀਆ ਜੀ
ਨੂੰ ਕਾਇਆ ਗਵਾਲ 2 ਪੁੱਤਰਾਂ ਦਾ ਵਰਦਾਨ ਦਿੱਤਾ ਸੀ ਹੂੰ ਤੇ ਉਹਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਤੁਹਾਡੇ ਨਾਂ ਤੋਂ ਇਹ ਨਗਰ ਬਸੇਗਾ। ਹੂੰ ਤੇ ਉੱਥੇ ਨਗਰ ਬਸਿਆ ਸੀ ਤੇ ਉੱਥੋਂ ਦਾ ਜਿਹੜਾ ਜੰਗਲ ਹੈ ਉਹ ਇੱਕ ਰਾਤ ਵਿੱਚ ਲੈ ਕੇ ਆਏ। ਅੱਛਾ, ਕਿਹੜੀ ਜਗ੍ਹਾ ਨਗਰ ਬਸਿਆ ਇਹ ਪਾਕਿਸਤਾਨ ਸਿੰਧ ਦੇ ਵਿੱਚ ਕਾਇਆ ਗਵਾਲ ਹੈ। ਅੱਛਾ, ਇਹ ਸਰਚ ਕਰ ਸਕਦਾ ਲੋਕ? ਹਾਂਜੀ, ਪਾਕਿਸਤਾਨ ਦੇ ਸਿੰਧ ਦੇ ਵਿੱਚ ਕਾਇਆ ਗਵਾਲ। ਹਾਂ, ਤੇ ਜਿਹੜੇ ਕਾਇਆ ਦੇ ਹੀ 1947 ਦੇ ਵਿੱਚ ਤਾਲਪੁਰ ਪੰਡੋਰੀ ਬੈਠੇ, ਉੱਥੇ ਵੀ ਬਾਬਾ ਸਿੱਧ ਬਨਖੰਡੀ ਦਾ ਸਥਾਨ ਬਣਾਇਆ ਹੋਇਆ ਹੈ। ਤੇ ਜਿਹੜੇ ਗਵਾਲ ਦੇ ਹੀ ਉਹ ਇੱਥੇ ਨਾਲ ਪਿੰਡ ਹੈ ਰਸੂਲਪੁਰ, ਉੱਥੇ ਆ ਕਰਕੇ ਬੈਠੇ, ਉਹਨਾਂ ਦੇ ਅੱਗੇ ਵੰਸ਼ਜ ਜਿਹੜੀਆਂ ਨੇ ਤੇ ਉਹਨਾਂ ਨੇ ਵੀ ਆਪਣੇ ਪਿੰਡ 'ਚ ਬਾਬਾ ਸਿੱਧ ਬਨਖੰਡੀ ਜੀ ਦਾ ਸਥਾਨ ਬਣਾਇਆ ਹੋਇਆ ਹੈ। ਅੱਛਾ, ਸਮੇਂ-ਸਮੇਂ ਤੇ ਇੱਥੇ ਜਿਹੜੇ ਸੇਵਾਦਾਰ ਨੇ ਜਾਂ ਉਹਨਾਂ ਦੇ ਅੱਗੇ ਜਿਹੜੇ ਉੱਤਰਾਧਿਕਾਰੀ ਕਹਿ ਲਈਏ ਜਾਂ ਗੱਦੀ ਨਸ਼ੀਨ ਕਹਿ ਲਈਏ, ਉਹ ਇੱਥੇ ਆਉਂਦੇ ਰਹੇ ਨੇ ਜਿਹੜੇ ਅੱਗੇ ਤੋਂ, ਕਿਉਂਕਿ ਜਿਹੜੇ ਵਨਖੰਡੀ ਜੀ ਸੀਗੇ ਉਹ ਤਾਂ ਚਲੋ ਜਦੋਂ ਸਵਰਗ ਸਿਧਾਰ ਕੇ ਚਲੇ ਗਏ ਉਹ ਤੋਂ ਬਾਅਦ ਨਹੀਂ, ਉਹ ਸਵਰਗ ਨਹੀਂ ਸਿਧਾਰੇ ਹੀ, ਉਹ ਅਦ੍ਰਿਸ਼ ਹੋ ਗਏ ਹੀ ਤੇ ਉਹਨਾਂ ਦੀ ਜਿਹੜੀ ਚੀਜ਼ਾਂ ਮਤਲਬ ਰਹਿ ਗਈਆਂ ਹੀ, ਜਿਸ ਤਰ੍ਹਾਂ ਖੜਾਊ ਨੇ, ਕਮੰਡਲ ਨੇ, ਚਿਮਟਾ, ਤੇ ਉਸ ਖੜਾਊਆਂ ਨੂੰ ਰੱਖ ਕੇ ਹੀ ਸਥਾਨ ਬਣਾਇਆ ਗਿਆ ਹੀ ਤੇ ਉਹਨਾਂ ਨੂੰ ਹੀ ਪੂਜਦੇ ਨੇ। ਅੱਛਾ, ਉਹ ਅਦ੍ਰਿਸ਼ ਹੋ ਗਏ, ਉਹ ਇਸ ਤਰ੍ਹਾਂ ਜਿਵੇਂ ਆਮ ਇਨਸਾਨਾਂ ਦੇ ਨਾਲ ਹੁੰਦਾ ਹੈ ਕਿ ਮ੍ਰਿਤਿੂ ਹੋ ਜਾਂਦੀ ਹੈ ਫਿਰ ਸੰਸਕਾਰ ਹੁੰਦਾ ਹੈ ਜਾਂ ਹਨਾ, ਨਹੀਂ, ਉਹ ਚੀਜ਼ ਉਸ ਤਰ੍ਹਾਂ ਦਾ ਨਹੀਂ ਸੀ। ਨਹੀਂ ਨਹੀਂ ਨਹੀਂ, ਇਹਨਾਂ ਨੂੰ सागर ਦਾ ਪੁੱਤਰ कहते हैं। सागर यानी जल जी। तो जो अयोनिज होते हैं उनको वो कोई भी रूप धारण कर सकते हैं, ठीक है। और जो मतलब गर्भ से जन्म लेते हैं उनकी समय सीमा होती है, उनका मृत्यु भी होता है, उनको भूख भी लगती है, प्यास भी लगती है। पर जो अजन्मा होते हैं जैसे वायु है, जल है, अग्नि है, ये कदे भी कोई भी रूप धारण कर सकते हैं, जिस तरह धरती है। ਅੱਛਾ, ਕਿਸੇ ਗ੍ਰੰਥ 'ਚ ਵੀ ਜ਼ਿਕਰ ਆਉਂਦਾ ਹੈ ਇਹਨਾਂ? ਹਾਂਜੀ, ਇਹਨਾਂ ਦਾ ਜ਼ਿਕਰ ਸ਼ਿਵ ਮਹਾਪੁਰਾਣ ਦੇ ਵਿੱਚ ਆਉਂਦਾ ਹੈ, ਭਵਿਸ਼ ਮਹਾਪੁਰਾਣ ਦੇ ਵਿੱਚ ਵੀ ਆਉਂਦਾ ਹੈ ਇਹਨਾਂ ਦਾ ਜ਼ਿਕਰ। ਅੱਛਾ, ਉਹਦੇ ਵਿੱਚ ਲਿਖਿਆ ਗਿਆ ਬਕਾਇਦਾ। ਠੀਕ ਹੈ। ਕੁਝ ਹੋਰ ਇੱਥੇ ਤੁਸੀਂ ਕਦੇ ਕੋਈ ਚਮਤਕਾਰ, ਕੋਈ ਕ੍ਰਿਸ਼ਮਾ ਕੋਈ ਦੇਖਿਆ, ਕਦੇ ਸੁਣਿਆ ਇਹਦੇ ਬਾਰੇ, ਜਾਂ ਦੱਸਦੇ ਨੇ ਤੁਹਾਨੂੰ ਜਿਹੜੇ ਪਹਿਲਾਂ ਇੱਥੇ ਲੋਕ ਸੀਗੇ ਜਾਂ ਤੁਸੀਂ ਹੁਣ ਇੱਥੇ ਹੋ, ਕਦੇ ਕੋਈ ਕ੍ਰਿਸ਼ਮੇ ਵਾਲੀ ਗੱਲ ਹੋਈ ਹੋਵੇ? ਜੀ ਜੀ, ਇੱਥੇ ਇੱਕ ਲਾਈਟ ਜੀ ਪ੍ਰਗਟ ਹੁੰਦੀ ਹੈ, ਮੈਂ ਆਪੇ 3 ਵਾਰੀ ਉਹਦੇ ਦਰਸ਼ਨ ਕਰ ਚੁੱਕਿਆ। ਤੁਸੀਂ ਵੀ ਖੁਦ? ਹਾਂਜੀ ਹਾਂਜੀ। ਕਿਸ ਤਰ੍ਹਾਂ ਦੀ ਲਾਈਟ ਹੈ? ਮਤਲਬ ਚੰਦਰਮਾ ਵਰਗਾ ਉਹਦਾ ਪ੍ਰਕਾਸ਼ ਹੁੰਦਾ ਹੈ। ਵਾਈਟ? ਹਾਂ, ਬਿਲਕੁਲ ਪੇਵਰ ਵਾਈਟ। ਨਹੀਂ, ਉਹ ਇਹ ਜੰਗਲ ਚੋਂ ਉੱਠਦੀ ਹੈ ਜਾਂ ਕਿੱਥੋਂ, ਕੀ ਹੈਗਾ? ਹਾਂ, ਕਈ ਵਾਰੀ ਤੇ ਮਤਲਬ ਆਲੇ ਦੁਆਲੇ ਹੀ ਉੱਠਦੀ ਹੈ ਤੇ ਥੋੜੀ ਦੂਰ ਚੱਲ ਕੇ ਅਦ੍ਰਿਸ਼ ਹੋ ਜਾਂਦੀ ਹੈ, ਕਈ ਵਾਰੀ ਅਚਾਨਕ ਪ੍ਰਗਟ ਹੁੰਦੀ ਹੈ ਤੇ ਉਸੇ ਵੇਲੇ ਅਦ੍ਰਿਸ਼ ਹੋ ਜਾਂਦੀ ਹੈ। ਕਈ ਵਾਰੀ ਮਤਲਬ 20-30 ਸੈਕਿੰਡ ਤੱਕ ਵੀ ਮਤਲਬ ਥੋੜੀ ਦੂਰ ਚੱਲ ਕੇ ਅਦ੍ਰਿਸ਼ ਹੁੰਦੀ ਹੈ। ਕਿਸੇ ਹੋਰ ਨੇ ਵੀ ਦੇਖਿਆ ਤੁਹਾਡੇ ਤੋਂ ਬਿਨਾਂ ਇਹ ਕੁਝ? ਹਾਂਜੀ, ਸਾਡੇ ਤੋਂ ਇਲਾਵਾ ਕਈਆਂ ਨੇ। ਇੱਕ ਵਾਰੀ ਇੱਥੇ ਸ਼ਾਮ 6 ਵਜੇ ਪ੍ਰਗਟ ਹੋਈ ਸੀ, ਉਦੋਂ ਮੰਦਿਰ ਦੇ ਵਿੱਚ ਆਰਤੀ ਦੀ ਤਿਆਰੀ ਚੱਲ ਰਹੀ ਸੀ ਤੇ ਉਦੋਂ ਇੱਥੇ ਮਤਲਬ ਘੱਟੋ ਘੱਟ ਵੀ 50-60 ਬੰਦੇ ਹੀ, ਉਹਨਾਂ ਨੇ ਸਾਰਿਆਂ ਨੇ ਦੇਖਿਆ ਸੀ। ਨਾਰਾਇਣ ਨਾਥ ਜੀ, ਕਿਉਂਕਿ ਦੇਖੋ ਵਿਗਿਆਨ ਦਾ ਯੁੱਗ ਹੈ ਹਨਾ, ਜਦੋਂ ਅਸੀਂ ਵਿਗਿਆਨ ਦੇ ਯੁੱਗ ਦੇ ਵਿੱਚ ਸਾਇੰਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਜਿਹੜੇ ਇਸ ਤੇ ਪ੍ਰੈਕਟੀਕਲੀ ਤੌਰ ਤੇ ਉਹਨਾਂ ਨੂੰ ਲੱਗਦਾ ਨਹੀਂ ਹੈਗਾ ਕਈ ਵਾਰੀ ਵੀ ਇਸ ਤਰ੍ਹਾਂ ਕਿਵੇਂ ਸੰਭਵ ਨੇ ਚੀਜ਼ਾਂ, ਤਾਂ ਤੁਸੀਂ ਪ੍ਰੈਕਟੀਕਲੀ ਜਾਂ ਵਿਗਿਆਨਕ ਤੌਰ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੁਦਰਤ ਨੂੰ ਕੋਈ ਵੀ ਝੁਠਲਾ ਨਹੀਂ ਸਕਦਾ, ਵਿਗਿਆਨ ਕੁਦਰਤ ਤੋਂ ਹੀ ਪੈਦਾ ਹੋਇਆ ਹੈ। परमात्मा दे ही सारे रूप ने, भावें धरती है, भावें सूरज है, भावें वायु है, जिन्ने भी जिन्हां नाल सानू जीवन मिलता है, ये सारे रूप उस कुदरत दे ने। ते कुदरत तो ही असी पैदा होए हाँ, ते कुदरत तो ही विज्ञान पैदा होया है। सानू परमात्मा ने बुद्धियां दित्तियां होईयां ने, जिहदे करके ही तरक्कियां करने आ, नवी नवी चीज़ां खोजदे हाँ। पर कुदरत ਨੂੰ ਸਮਝਣਾ ਸਾਡੇ ਵੱਸ ਤੋਂ ਪਰੇ ਹੈ। ਬਿਲਕੁਲ, ਮਨੁੱਖ ਹਾਲੇ ਸਮਝ ਹੀ ਰਿਹਾ ਕੁਦਰਤ ਨੂੰ, ਜੋ ਕੁਦਰਤ ਦੇ ਵਿੱਚ ਹੈਗਾ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। ਕੁਝ ਇਹੋ ਜਿਹੀ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅੱਖਾਂ ਦੇਖਣ ਤੋਂ ਬਾਅਦ ਵੀ ਵਿਸ਼ਵਾਸ ਨਹੀਂ ਹੁੰਦਾ। ਅੱਛਾ, ਜੇ ਕੋਈ ਚਾਹੇ, ਜੇ ਕੋਈ ਚੈਲੰਜ ਕਰੇ ਇਸ ਗੱਲ ਨੂੰ ਕਿ ਮੈਂ ਇੱਥੋਂ ਦੀ ਲੱਕੜ ਲੈ ਜਾਊਂਗਾ, ਤਾਂ ਤੁਸੀਂ ਉਹਨੂੰ ਮਨਾ ਤਾਂ ਨਹੀਂ ਕਰਦੇ, ਕਿਉਂਕਿ ਤੁਸੀਂ ਦੱਸ ਦੋਗੇ ਉਹਨੂੰ ਵੀ ਜੇ ਤੂੰ ਲੱਕੜ ਲੈ ਕੇ ਜਾਂਦਾ ਏ ਤਾਂ ਤੇਰਾ ਨੁਕਸਾਨ ਹੋ ਸਕਦਾ ਏ। ਲੈ ਕੇ ਕੋਈ ਨਹੀਂ ਜਾਂਦਾ ਹੈ, ਕਿਉਂਕਿ ਜਦੋਂ ਦੇ ਕਈ ਘਟਨਾਵਾਂ ਹੋਈਆਂ ਨੇ ਉਦੋਂ ਦਾ ਇੱਥੋਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਦਾ। ਨਹੀਂ, ਪਰ ਜੇ ਕੋਈ ਅੱਜ ਦੇ ਦੌਰ ਦੇ ਵਿੱਚ ਚਾਹੇ, ਕਿਉਂਕਿ ਲੋਕ ਤਰਕਸ਼ੀਲ ਨਾਲ ਨੇ, ਜੁੜੇ ਹੋਏ ਨੇ, ਜਾਂ ਹੋਰ ਆਪਣੇ ਆਪ ਨੂੰ ਉਹ ਕਰਕੇ ਦੇਖਣਾ ਚਾਹੁੰਦੇ ਨੇ, ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਸ ਗੱਲ ਦਾ? ਉਹ ਕੋਈ ਇਤਰਾਜ਼ ਨਹੀਂ ਹੁੰਦਾ ਹੈ। ਬਾਕੀ ਕਹਿੰਦੇ ਨੇ ਇੱਥੇ ਜਦੋਂ ਪੁਲਿਸ ਚੌਕੀ ਆਈ ਸੀ, ਸਕੂਲ ਦੇ ਵਿੱਚ ਰੁਕੀ ਸੀ, ਤੇ ਉਹਨਾਂ ਨੇ ਜੰਗਲ ਦੀ ਲੱਕੜੀ ਨਾਲ ਮੁਰਗੇ ਬਣਾ ਲਏ ਸੀ। ਅੱਛਾ ਜੀ। ਤੇ ਕਹਿੰਦੇ ਨੇ ਉਹਨਾਂ ਨੂੰ ਚਿਮਟੇ ਪੈਂਦੇ ਸੀ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ, ਤੇ ਮਤਲਬ ਉਹਨਾਂ ਨੂੰ ਦਿਖਾਈ ਕੁਛ ਨਹੀਂ ਦਿੰਦਾ ਸੀ, ਸਿਰਫ ਆਵਾਜ਼ਾਂ ਆਉਂਦੀਆਂ ਸੀ ਤੇ ਉਹ ਮਤਲਬ ਇੱਧਰ ਉੱਧਰ। ਇਹ ਤਾਂ ਰੀਸੈਂਟਲੀ ਗੱਲ ਹੋਣੀ ਮੈਨੂੰ ਲੱਗਦਾ, ਕੁਝ ਸਾਲਾਂ ਦੀ। ਉਸ ਥਾਣੇਦਾਰ ਦਾ ਨਾਂ ਹੀ ਮੱਖਣ ਸਿੰਘ। ਅੱਛਾ, ਨਾਮ ਵੀ ਪਤਾ? ਹਾਂ, ਮੱਖਣ ਸਿੰਘ ਥਾਣੇਦਾਰ ਦਾ ਨਾਂ ਹੀ।
ਤੇ ਕਹਿੰਦੇ ਨੇ ਫਿਰ ਪਿੰਡ ਦੇ ਆਨੇ ਉਹਨੂੰ ਕਿਹਾ ਤੂੰ ਜਾ ਕਰਕੇ ਨੱਕ ਰਗੜ ਮੱਥਾ ਟੇਕ ਫਿਰ ਤੈਨੂੰ ਫਾਇਦਾ ਹੋਣਾ। ਉਸ ਤੋਂ ਬਾਅਦ ਕਹਿੰਦੇ ਨੇ ਇਸ ਪਿੰਡ ਦੇ ਵਿੱਚ ਕਦੇ ਵੀ ਚੌਕੀ ਨਹੀਂ ਬਣੀ ਹੈ। ਅੱਛਾ, ਇਹ ਕਿਹੜੇ ਈਅਰ ਦੀ ਗੱਲ ਹੋਣੀ ਦੱਸਦੇ ਨੇ ਕੁਝ? ਮੱਖਣ ਸਿੰਘ ਬਾਰੇ ਕੁਝ ਪਤਾ ਲੱਗ ਜਾ ਸਕੇ ਜਾਂ? ਇਹ ਕੋਈ ਜਦੋਂ 84 ਦੇ ਖੜਗੋਬਾਦ ਜਦੋਂ ਸੀਗਾ ਦੌਰ, ਉਦੋਂ ਦੀ ਗੱਲ ਹੈਗੀ। ਹਾਂਜੀ, ਉਦੋਂ ਦੀ ਗੱਲ। ਸੋ ਇਸ ਜੰਗਲ ਦੇ ਬਾਰੇ ਨਾਰਾਇਣ ਨਾਥ ਜੀ ਨਾਲ ਗੱਲਬਾਤ ਕਰ ਰਹੇ ਹਾਂ। ਪਸ਼ੂ ਪੰਛੀਆਂ ਦੀਆਂ ਆਵਾਜ਼ਾਂ, ਪੰਛੀਆਂ ਦੀਆਂ ਖਾਸ ਕਰਕੇ ਬਹੁਤ ਆ ਰਹੀਆਂ ਨੇ ਜੀ ਜੀ ਜੀ। ਤੇ ਹੋਰ ਕਿਹੜੇ ਕਿਹੜੇ ਕਦੇ ਪਸ਼ੂ ਪੰਛੀ ਜਾਨਵਰ ਜਾਂ ਇੱਥੇ ਦੇਖੇ ਨੇ ਤੁਸੀਂ, ਜਾਂ ਕਿਹੜੇ ਕਿਹੜੇ ਹੈਗੇ ਨੇ ਇਸ ਜੰਗਲ ਦੇ ਵਿੱਚ? ਜਿਹੜੇ ਮੈਂ ਆਪਣੀ ਅੱਖਾਂ ਨਾਲ ਵੇਖੇ ਨੇ, ਵੱਡੇ ਵੱਡੇ ਇੱਥੇ ਚਮਗਾਦੜ ਨੇ, ਏਡੇ ਵੱਡੇ ਵੱਡੇ ਨੇ। ਅੱਛਾ। ਅੰਦਰ ਜਾ ਕੇ ਨੇ ਬੜੀ ਦੂਰ। ਇੱਥੇ ਸੂਰ ਵੀ ਹੈਗੇ ਤੇ ਹੁਰਨ ਵੀ ਕਦੀ ਕਦੀ ਆ ਜਾਂਦੇ ਨੇ। ਜਿਹੜੀ ਲੀਲ ਗਾਹ ਹੁੰਦੀ ਹੈ, ਜੰਗਲੀ ਗਾਹ ਹੁੰਦੀ ਹੈ, ਉਹ ਵੀ ਆ ਜਾਂਦੀ ਹੈ ਇੱਥੇ। ਤੇ ਬੰਦਰ ਵੀ ਕਈ ਵਾਰੀ ਆ ਜਾਂਦੇ ਨੇ। ਜੀ 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 ਜੀ। ਤੇ ਉਹਦਾ ਗਾਦੜ ਤੇ ਸੂਰ ਇਹ ਤੇ ਰਹਿੰਦੇ ਨੇ, ਤੇ ਉਹ ਚਮਗਾਦੜ ਇੱਥੇ ਪਰਮਾਨੈਂਟ ਰਹਿੰਦੇ ਨੇ। ਤੇ ਪੰਛੀ ਬੜੀ ਤਰ੍ਹਾਂ ਦੇ ਇੱਥੇ ਰਹਿੰਦੇ ਨੇ। ਹਾਂਜੀ। ਕਦੇ ਤੁਸੀਂ ਇਹਨੂੰ ਕੁਝ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਿ ਕਈ ਵਾਰੀ ਇਹ ਹੁੰਦਾ ਕਿ ਦਰਖਤ ਸਵਾਰ ਦਈਏ ਜਾਂ ਦਰਖਤ ਕੱਟ ਦਈਏ ਜਾਂ ਛੋਟੇ ਕਰ ਦਈਏ, ਵੱਡੇ ਕਰ ਦਈਏ, ਛਾਂਗ ਦਈਏ, ਇਸ ਤਰ੍ਹਾਂ ਦਾ ਕਦੇ? ਜੀ ਬਿਲਕੁਲ ਨਹੀਂ ਕੀਤਾ। ਪਰ ਜਿਨ੍ਹਾਂ ਨੇ ਕਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਮਾੜਾ ਹੋਇਆ। ਉਸ ਤੋਂ ਬਾਅਦ ਛੇੜਨ ਦੀ ਕੋਈ ਸੋਚਦਾ ਵੀ ਨਹੀਂ ਹੈ। ਅੱਛਾ, ਇੱਕ ਅਸੀਂ ਦੇਖ ਰਹੇ ਸੀਗੇ ਕਿ ਤੁਹਾਡੇ ਜਿਹੜਾ ਸਾਹਮਣੇ ਜਗ੍ਹਾ ਹੈਗੀ ਹੈ, ਉਸ ਥਾਂ ਤੇ ਥੋੜੀ ਜਿਹੀ ਜਗ੍ਹਾ ਖਾਲੀ ਕਰਵਾਈ ਗਈ ਸੀਗੀ ਕਿਸੇ ਟਾਈਮ, ਜਗ੍ਹਾ ਉੱਥੇ ਦਰਖਤ ਹੁੰਦੇ ਸੀਗੇ ਪਹਿਲਾਂ? ਹਾਂਜੀ, ਪਹਿਲਾਂ ਉੱਥੇ ਦਰਖਤ ਹੁੰਦੇ ਸੀ ਤੇ ਬਾਬਾ ਜੀ ਤੋਂ ਆਗਿਆ ਲੈ ਕੇ ਮੱਥਾ ਮੁੱਥਾ ਟੇਕ ਕੇ ਤੇ ਲੰਗਰ ਭੰਡਾਰੇ ਵਾਸਤੇ ਉਹ ਜਗ੍ਹਾ ਬਾਬਾ ਜੀ ਕੋਲੋਂ ਮੰਗ ਕੇ ਲਈ ਗਈ ਸੀ। ਅੱਛਾ ਜੀ। ਹਾਂਜੀ ਹਾਂਜੀ। ਫਿਰ ਉਹਦੇ ਨਾਲ ਤਾਂ ਨਹੀਂ ਕੋਈ ਨੁਕਸਾਨ ਹੋਇਆ? ਉਹਦੇ ਨਾਲ ਵੀ ਮਾੜਾ ਮੋਟਾ ਨੁਕਸਾਨ ਹੋਇਆ ਹੀ। ਕੀ ਹੋਇਆ ਸੀ? ਜਿਸ ਤਰ੍ਹਾਂ ਜਿਹੜੇ ਇੱਥੇ ਬਾਬਾ ਜੀ ਰਹਿੰਦੇ ਸੀ ਉਸ ਟਾਈਮ, ਤੇ ਥੋੜਾ ਜਿਹਾ ਮਾਹੌਲ ਜਿਹਾ ਵਿਗੜ ਗਿਆ ਸੀ ਆਲੇ ਪਿੰਡਾਂ ਵਾਲੇ ਨਾਲ ਦੇ ਲੋਕਾਂ ਨਾਲ। ਹਾਂਜੀ ਹਾਂਜੀ। ਤੁਹਾਨੂੰ ਲੱਗਦਾ ਕਿ ਉਹ ਵੀ ਇਸੇ ਕਰਕੇ ਹੋਇਆ ਵੀ? ਹਾਂਜੀ ਹਾਂਜੀ। ਉਹ ਜਿਹੜੇ ਦਰਖਤਾਂ ਦੀ ਪਟਾਈ ਕੀਤੀ? ਜੀ ਬਿਲਕੁਲ ਬਿਲਕੁਲ। ਅੱਛਾ, ਇੱਕ ਇਹ ਦੱਸੋ ਕਿ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਪੱਤਝੜ ਆਉਂਦੀ ਹੈ ਤਾਂ ਦਰਖਤਾਂ ਦੇ ਪੱਤੇ ਸੁੱਕ ਜਾਂਦੇ ਨੇ, ਪੱਤੇ ਝੜ ਜਾਂਦੇ ਨੇ। ਇਹਨਾਂ ਦਰਖਤਾਂ ਦੇ ਨਾਲ ਵੀ ਇਸ ਤਰ੍ਹਾਂ ਹੁੰਦਾ ਕਦੇ ਕਦੇ ਜੰਗਲ ਜਾਂ ਇਹ ਦਰਖਤ ਸੁੱਕ ਜਾਂਦੇ ਨੇ? ਇਹ ਦਰਖਤ ਕਦੇ ਵੀ ਨਹੀਂ ਸੁੱਕਦੇ। ਤੇ ਇਹਨਾਂ ਦੀ ਜਦੋਂ ਬਰਸਾਤਾਂ ਹੁੰਦੀਆਂ ਨੇ ਇੰਨੀ ਮਤਲਬ ਵਧੀਆ ਖੁਸ਼ਬੂ ਆਉਂਦੀ ਹੈ। ਇਸ ਟਾਈਮ ਅੰਦਰ ਜਿਹੜੀ ਹੈ ਨਾ ਇੰਨੀ ਜ਼ਿਆਦਾ ਖੁਸ਼ਬੂ ਆਉਂਦੀ ਹੈ, ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ। ਤੇ ਇਹ ਕਿੱਥੋਂ ਦੇ ਬੂਟੇ ਨੇ? ਇੱਥੇ ਲਾਗੇ ਸਾਗੇ ਕਿਤੇ ਵੀ ਬੂਟੇ ਇਹੋ ਜਿਹੇ ਮਤਲਬ ਇਸ ਤਰ੍ਹਾਂ ਨਹੀਂ ਹੈਗਾ ਵੀ ਇਹੀ ਬੂਟਾ ਨਾਲ ਦੇ ਕਿਸੇ ਪਿੰਡ 'ਚ ਮਿਲ ਜੂਗਾ ਜਾਂ ਆਲੇ ਦੁਆਲੇ ਮਿਲ ਜੂਗਾ? ਇਹ ਬੂਟਾ ਕਿਤੇ ਨਹੀਂ ਮਿਲ ਸਕਦਾ। ਹਾਂ, ਕੁਝ ਜਿਹੜੇ ਕਿਨਾਰੇ ਕਿਨਾਰੇ ਬੂਟੇ ਨੇ ਉਹ ਮਿਲ ਸਕਦੇ ਨੇ। ਬਾਕੀ ਇਹ ਬੂਟੇ ਜਿਹੜੇ ਇੱਥੇ ਨੇ ਉਹ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਨਹੀਂ ਹੈਗੇ। ਹਾਂਜੀ ਹਾਂਜੀ। ਕਿਤੇ ਰਿਸੈਂਬਲ ਹੁੰਦਾ ਵੀ ਹਿਮਾਲਿਆ 'ਚ ਹੋਣ ਇਸ ਤਰ੍ਹਾਂ ਦੇ, ਜਾਂ ਹੋਰ ਪਹਾੜਾਂ 'ਚ ਹੋਣ ਇਸ ਤਰ੍ਹਾਂ ਦੇ? ਕਦੇ ਕਿਸੇ ਨੇ ਦੱਸਿਆ ਕਿ ਵੀ ਇਹ ਬੂਟਾ ਉੱਥੇ ਦੇਖਿਆ ਸੀਗਾ, ਇਸੇ ਤਰ੍ਹਾਂ ਦਾ ਬੂਟਾ ਇੱਥੇ ਹੈ? ਹਾਂ, ਕਸ਼ਮੀਰ ਵੱਲ ਹੁੰਦੇ ਨੇ ਇਹੋ ਜਿਹੇ ਬੂਟੇ। ਹਾਂਜੀ ਹਾਂਜੀ। ਬਾਕੀ ਖਜੂਰ ਦੇ ਬੂਟੇ ਵੀ ਸਿਰਫ ਜਿੱਥੇ ਉਪਮਨਿਊ ਜੀ ਦਾ ਸਥਾਨ ਹੈ ਜੀ ਉੱਥੇ ਹੀ ਨੇ, ਬਾਕੀ ਉਸ ਤੋਂ ਇਲਾਵਾ ਕਿਤੇ ਵੀ ਨਹੀਂ। ਕਿਹੜੀ ਕਿਹੜੀ ਮਾਨਤਾ ਹੈ ਹੁਣ ਇੱਥੇ? ਕੀ ਸ਼ਿਵਰਾਤਰੀ ਦਾ ਤਿਉਹਾਰ ਤੁਸੀਂ ਮਨਾਉਂਦੇ ਹੋ? ਕੀ ਪੁਰਬ ਮਨਾਉਂਦੇ ਹੋ ਇੱਥੇ? ਇੱਥੇ ਧਰਮ ਦਿਹਾੜਾ ਮਨਾਇਆ ਜਾਂਦਾ ਹੈ। ਉਦੋਂ ਇੱਥੇ 56 ਲੰਗਰ, 56 ਤਰ੍ਹਾਂ ਦੇ ਲੰਗਰ ਲੱਗਦੇ ਨੇ। ਤੇ ਇਹ ਸਾਰੇ ਲੰਗਰ 4-5 ਲੰਗਰ ਮੰਦਿਰ ਵੱਲੋਂ ਹੁੰਦੇ ਨੇ। ਬਾਕੀ ਸਾਰੇ ਲੰਗਰ ਕੋਈ ਨਾ ਕੋਈ ਲਾਂਦਾ ਹੈ, ਜਿਹੜੇ ਇੱਥੋਂ ਦੇ ਸੇਵਾਦਾਰ ਨੇ, ਭਗਤ ਨੇ। ਹਾਂਜੀ। ਅੱਛਾ ਨਾਰਾਇਣ ਨਾਥ ਜੀ, ਕੋਈ ਹੋਰ ਕੋਈ ਸਮਾਜ ਸੇਵਾ ਦਾ ਕੰਮ ਵੀ ਇਸ ਧਾਮ ਦੇ ਵੱਲੋਂ ਕੀਤਾ ਜਾਂਦਾ ਹੈ? ਹਾਂਜੀ, ਗਰੀਬ ਕਨਿਆਵਾਂ ਦੇ ਵਿਵਾਹ ਦੇ ਵਿੱਚ ਵੀ ਯੋਗਦਾਨ ਪਾਇਆ ਜਾਂਦਾ ਹੈ। ਕੋਈ ਬਿਮਾਰ ਹੋਵੇ ਉਹਦੇ ਇਲਾਜ ਲਈ ਵੀ ਸੇਵਾ ਕੀਤੀ ਜਾਂਦੀ ਹੈ। ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਕੀਤੀ ਜਾਂਦੀ ਹੈ। ਤੇ ਇੱਥੇ ਜਿਹੜੀ ਜਗ੍ਹਾ ਬਣੀ ਹੋਈ ਹੈ, ਜਿਸ ਤਰ੍ਹਾਂ ਵੱਡਾ ਹਾਲ ਬਣਿਆ ਹੋਇਆ ਹੈ, ਇੱਥੇ ਮਰਗ ਦੇ ਵਿੱਚ ਲੋਕੀ ਚਾਹ ਪਾਣੀ ਕਰਦੇ ਨੇ ਜਾਂ ਕਈ ਵਿਆਹ ਵੀ ਕਰ ਲੈਂਦੇ ਨੇ। ਇੱਥੇ ਕੋਈ ਸ਼ੁਲਕ ਨਹੀਂ ਲਿਆ ਜਾਂਦਾ, ਬਿਲਕੁਲ ਸਾਰਾ ਕੁਝ ਨਿਸ਼ੁਲਕ ਹੈ। ਠੀਕ ਹੈ। ਤੁਸੀਂ ਇੱਥੇ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ? ਮੈਂ ਇੱਥੇ 2007 ਤੋਂ ਸੇਵਾ ਨਿਭਾ ਰਿਹਾ ਹਾਂ ਜੀ। ਤੇ ਇਸ ਜਗ੍ਹਾ ਨੇ ਮਤਲਬ ਮੈਨੂੰ ਬਹੁਤ ਜ਼ਿਆਦਾ ਨੌਲੇਜ ਦਿੱਤੀ ਹੈ। ਕਿਉਂਕਿ ਬਾਬਾ ਬਨਖੰਡੀ ਜੀ ਸੁਪਨੇ ਦੇ ਵਿੱਚ ਆ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਜੋ ਹੈ ਮੋਟੀਵੇਟ ਕਰਦੇ ਰਹਿੰਦੇ ਨੇ। ਮੈਂ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਇੱਥੇ ਆ ਕਿਵੇਂ ਗਏ? ਤੁਹਾਡਾ ਬੈਕਗਰਾਉਂਡ ਕੀ ਹੈ ਤੇ ਤੁਸੀਂ ਇੱਥੇ ਕਿਵੇਂ ਆ ਗਏ? ਕਿਵੇਂ ਇੱਥੇ ਆਉਣ ਦਾ ਥੋੜਾ ਸਬੱਬ ਬਣ ਗਿਆ ਤੇ ਤੁਸੀਂ ਇੱਥੇ ਹੀ ਰਹਿ ਪਏ? ਮੈਂ ਅਮਰਨਾਥ ਦੀ ਯਾਤਰਾ ਕਰਕੇ ਆਇਆ ਸੀ ਜੀ। ਤੇ ਮੈਂ ਮਣੀ ਮਹੇਸ਼ ਜਾਣਾ ਸੀ। ਤੇ ਮਣੀ ਮਹੇਸ਼ ਦੀ ਯਾਤਰਾ ਖੁੱਲਣ ਨੂੰ ਟਾਈਮ ਸੀਗਾ ਜੀ। ਰਕਸ਼ਾ ਬੰਧਨ ਦੇ ਲਾਗੇ ਸਾਗੇ ਖੁੱਲਣੀ ਸੀ। ਰੱਖੜੀ ਦੀ ਜਿਹੜੀ ਪੂਰਨਿਮਾ ਆਉਂਦੀ ਹੈ
ਤੇ ਮੈਂ ਕਿਹਾ ਚਲੋ ਇੱਥੇ ਵਿਸਰਾਮ ਕਰਨੇ ਆ ਉਹਨੇ ਇੱਕ ਦਿਨ ਜੀ। ਤੇ ਜਿਹੜੇ ਆਪਣੇ ਇੱਥੇ ਉਦੋਂ ਮਹਾਤਮਾ ਜੀ ਹੀ ਉਹਨਾਂ ਨੇ ਕਿਹਾ ਇੱਥੇ ਤੁਸੀਂ ਸ਼ਿਵ ਮਹਾਪੁਰਾਣ ਦੀ ਕਥਾ ਕਰੋ। ਆਜੋ। ਤੇ ਮੈਂ ਕਥਾ ਕਰਨ ਲਈ ਰੁਕਿਆ ਸੀ, ਉਸ ਤੋਂ ਬਾਅਦ ਫਿਰ ਮੈਂ ਗਿਆ ਹੀ ਨਹੀਂ। ਅੱਛਾ, ਹਾਂਜੀ। ਤੁਹਾਨੂੰ ਪਹਿਲਾਂ ਵੀ ਕੋਈ ਗਿਆਨ ਸੀਗਾ ਜਾਂ ਜੋ ਵੀ ਗਿਆਨ ਹੋਇਆ ਉਹ ਇੱਥੇ ਆ ਕੇ ਹੋਇਆ? ਕੁਦਰਤ ਬਾਰੇ ਵਿੱਚ ਇੰਨਾ ਗਿਆਨ ਨਹੀਂ ਸੀਗਾ ਜੀ। ਜਿਹੜਾ ਕੁਦਰਤੀ ਗਿਆਨ ਹੈ ਉਹ ਇੱਥੇ ਆ ਕੇ ਮਿਲਿਆ ਸਾਨੂੰ। ਜੀ ਜੀ ਜੀ। ਕਿਤਾਬੀ ਜਾਂ ਗ੍ਰੰਥਾਂ ਦੇ ਥਰੂ ਜਿਹੜਾ ਮਿਲਦਾ ਹੈ ਉਹ ਤੇ ਅਸੀਂ ਅਧਿਐਨ ਕੀਤਾ ਹੋਇਆ ਹੀ ਜੀ, ਪਰ ਜਿਹੜਾ ਕੁਦਰਤੀ ਗਿਆਨ ਹੈ ਉਹ ਇੱਥੇ ਆ ਕਰਕੇ ਮਿਲਿਆ। ਤੁਸੀਂ ਕਹਿੰਦੇ ਵੀ ਸੁਪਨੇ ਦੇ ਵਿੱਚ ਆ ਕੇ ਤੁਹਾਨੂੰ ਬਾਬਾ ਬਨਖੰਡੀ ਦੇ ਦਰਸ਼ਨ ਹੋਏ, ਕੀ ਕਿਸ ਤਰ੍ਹਾਂ ਕੋਈ ਉਪਦੇਸ਼ ਹੋਇਆ, ਕੁਝ ਕੀ ਹੋਇਆ? ਹਾਂ, ਕਈ ਤਰ੍ਹਾਂ ਦੀ ਕਈ ਵਾਰੀ ਆਵਾਜ਼ਾਂ ਆਉਂਦੀਆਂ ਨੇ ਕਿਸ ਤਰ੍ਹਾਂ ਮੈਂ ਕੰਮ ਕਰਨਾ ਹੈ, ਔਰ ਇਹਨਾਂ ਦੀ ਹੀ ਆਗਿਆ ਨਾਲ ਮੈਂ ਇੱਕ ਵਾਰ 2-3 ਵਾਰੀ ਜੀਵਿਤ ਸਮਾਧੀ ਵੀ ਲਈ ਹੈ ਜ਼ਮੀਨ ਦੇ ਥੱਲੇ। ਤੇ ਉਹਦੇ ਨਾਲ ਮੈਨੂੰ ਪ੍ਰਕਾਸ਼ ਜਿਹਾ ਲੱਭਦਾ ਸੀ ਤੇ ਉਹਦੇ ਨਾਲ ਨੌਲੇਜ ਮਿਲਦੀ ਸੀ ਕਿ ਕਿਸ ਤਰ੍ਹਾਂ ਅਸੀਂ ਇਸ ਸੰਸਾਰ ਦੇ ਵਿੱਚ ਜੀਣਾ ਹੈ, ਕਿਸ ਤਰ੍ਹਾਂ ਕੰਮ ਕਰਨਾ ਹੈ ਤੇ ਇਹ ਜੀਵਨ ਕਿੰਨਾ ਮਹੱਤਵਪੂਰਨ ਹੈ ਜੀ। ਮਤਲਬ ਸਾਰਾ ਗਿਆਨ ਉਹਦੇ ਨਾਲ ਮਿਲਦਾ ਹੀ। ਚਲੋ ਇੱਕ ਗੱਲ ਤਾਂ ਹੈਗੀ ਹੈ ਕਿ ਸਾਡਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰਿਆ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤੇ ਇਸ ਥਾਂ ਦੇ ਉੱਤੇ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਹੁਣ ਪਾਣੀ ਹੈ, ਪੌਣ ਹੈ, ਜਾਂ ਇਹ ਜਿਹੜਾ ਕੁਦਰਤ ਹੈ, ਬਲਿਹਾਰੀ ਕੁਦਰਤ ਵਸਿਆ ਦਾ ਕਨਸੈਪਟ ਹੈ ਜਿਹੜਾ ਉਹ ਪੂਰੀ ਤਰ੍ਹਾਂ ਹੂਬਹੂ ਹੈਗਾ ਹੈ ਕਿ ਇੱਥੇ ਰੁੱਖ ਨੇ, ਪੰਛੀ ਨੇ, ਆਪਣੇ ਆਪ ਜੋ ਕੁਦਰਤ ਦਾ ਸਰਕਲ ਆ ਉਹ ਚੱਲਦਾ ਹੈ। ਹਾਂਜੀ ਹਾਂਜੀ। ਕਿਉਂਕਿ ਹੁਣ ਤਾਂ ਅਸੀਂ ਰੁੱਖ ਵੱਢ ਕੇ ਸਾਰਾ ਖਤਮ ਹੀ ਕਰਤਾ ਨਾ ਬਾਕੀ ਥਾਵਾਂ ਤੇ ਤਾਂ। ਜੀ ਜੀ। ਇਹਨਾਂ ਨੂੰ ਵਨਾਂ ਦਾ ਨਾਥ ਕਹਿੰਦੇ ਨੇ। ਯਾਨੀ ਜੰਗਲੋਂ ਕੇ ਰਾਜਾ ਯਾਨੀ ਬਨੋਂ ਕੇ ਨਾਥ ਕਹਿੰਦੇ ਨੇ, ਇਸ ਕਰਕੇ ਇਹਨਾਂ ਦਾ ਨਾਮ ਵਨਖੰਡੀ ਨਾਥ ਹੈ। ਜੀ 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 ਜੀ। ਤੇ ਬਾਬਾ ਜੀ ਲਈ ਇਹ ਜਿਹੜੇ ਬ੍ਰਕਸ਼ ਨੇ ਬੱਚਿਆਂ ਵਰਗੇ ਨੇ। ਇਹਨਾਂ ਨੂੰ ਜਦੋਂ ਕੋਈ ਛੇੜਦਾ ਹੈ ਤੇ ਸੁਪਨੇ ਦੇ ਵਿੱਚ ਆ ਕਰਕੇ ਇਹੀ ਬਾਬਾ ਜੀ ਦੱਸਦੇ ਨੇ ਕਿ ਬਈ ਇਹ ਮੇਰੇ ਬੱਚੇ ਵਰਗੇ ਨੇ, ਇਹਨਾਂ ਨੂੰ ਨਾ ਛੇੜੋ। ਜੇ ਫਿਰ ਵੀ ਕੋਈ ਨਹੀਂ ਮੰਨਦਾ ਫਿਰ ਉਹਦਾ ਨੁਕਸਾਨ ਹੁੰਦਾ ਹੈ। ਇਹ ਜਿਹੜੇ ਹੁਣ ਪੇੜ ਨੇ, ਕਿਉਂਕਿ ਇਹ ਸਾਰੀਆਂ ਜਟਾਵਾਂ ਨੇ, ਅਸੀਂ ਇਹ ਦੇਖ ਰਹੇ ਹਾਂ, ਕੈਮਰਾਮੈਨ ਮੇਰੇ ਗਗਨ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਹਾਨੂੰ ਦਿਖਾਉਂਦੇ ਵੀ ਹਾਂ। ਇਹ ਜਿਹੜੇ ਹੁਣ ਰੁੱਖ ਨੇ ਇਹਨਾਂ ਦੀਆਂ ਸਾਰਿਆਂ ਦੀਆਂ ਜਟਾਵਾਂ ਨਿਕਲ ਆਈਆਂ ਨੇ, ਮਤਲਬ ਜਿਹੜੀ ਰੂਟਸ ਨੇ ਉਹ ਦੁਆਰਾ ਤੋਂ ਪੈਦਾ ਹੋ ਗਈਆਂ, ਫਿਰ ਉਹ ਧਰਤੀ ਦੇ ਨਾਲ ਲੱਗ ਕੇ ਦੁਆਰਾ ਉਹ ਪੌਦੇ ਬਣ ਰਹੇ ਨੇ। ਹਾਂਜੀ, ਜਟਾਵਾਂ ਲੱਗ ਜਾਂਦੀਆਂ ਨੇ ਜਿਹੜੀਆਂ ਇਹ ਸਾਰੀਆਂ ਦੇਖ ਰਹੇ ਹੋ ਤੁਸੀਂ। ਇਹ ਜਿਹੜਾ ਆ ਕਰਕੇ ਜੀ ਤੇ ਉੱਥੇ ਲੱਗ ਗਈ ਹੈ। ਇਹ ਦੁਬਾਰਾ ਰੁੱਖ ਬਣੇਗਾ ਹੁਣ। ਹਾਂਜੀ, ਇਹ ਦੁਬਾਰਾ ਰੁੱਖ ਬਣ ਜਾਊਗਾ। ਇਹਦਾ ਮਤਲਬ ਇਹ ਜੋ ਮਾਹਿਰ ਦੱਸਦੇ ਨੇ, ਜੇ ਇਸ ਪਾਸੇ ਨੂੰ ਦਿਖਾਇਆ ਜਾਵੇ, ਇਹ ਸਾਰੀਆਂ ਜਿਹੜੀਆਂ ਜੜਾਵਾਂ ਨੇ ਜਿਹੜੀਆਂ ਇਹ ਦੁਬਾਰਾ ਤੋਂ ਨਿਕਲੀਆਂ ਨੇ, ਇਹ ਥੱਲੇ ਜੜ ਫੇਰ ਲੱਗ ਜਾਂਦੀ ਹੈ। ਹਾਂਜੀ ਹਾਂਜੀ। ਫਿਰ ਉਹ ਬਣ ਜਾਂਦਾ। ਇਹ ਕਈ ਸੈਂਕੜੇ 100 ਸਾਲ ਦਾ ਪ੍ਰੋਸੈਸ ਹੁੰਦਾ, ਮੈਨੂੰ ਲੱਗਦਾ 100 ਸਾਲ ਤੋਂ ਵੀ ਉੱਪਰ ਦਾ ਪ੍ਰੋਸੈਸ ਹੁੰਦਾ ਹੋਣਾ। ਉਸ ਤੋਂ ਬਾਅਦ ਇਹ ਬਣਨੀਆਂ ਸ਼ੁਰੂ ਹੁੰਦੀਆਂ ਨੇ। ਹਾਂਜੀ ਹਾਂਜੀ। ਸੋ ਇਹ ਜੰਗਲ ਹੈ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਨਾਰਾਇਣ ਨਾਥ ਜੀ ਸਾਡੇ ਨਾਲ ਨੇ। ਜਗ੍ਹਾ ਦਿਖੇ ਨੇ ਜੀ, ਬ੍ਰਿੰਦਾਵਨ 'ਚ ਇੱਕ ਨਿਧੀ ਵਨ ਹੈ, ਉੱਥੇ ਇਹ ਬੂਟੇ ਮਿਲ ਜਾਂਦੇ ਨੇ ਜੀ। ਹਾਂਜੀ ਹਾਂਜੀ। ਇਹ ਜ਼ਰੂਰ ਇਸ ਥਾਂ ਤੇ ਜਿਹੜੇ ਵਾਤਾਵਰਣ ਮਾਹਰ ਜਾਂ ਰੁੱਖਾਂ ਦੇ ਮਾਹਰ ਉਹ ਆਉਣ ਤੇ ਦੱਸਣ ਕਿ ਜ਼ਰੂਰ ਵੀ ਵਾਕਈ ਇਹ ਜਿਹੜੇ ਪੌਦੇ ਨੇ ਇਹ ਕਿਹੜੇ ਨੇ, ਇਹਨਾਂ ਦਾ ਨਾਮ ਕੀ ਹੈ, ਇਹ ਕਿਸ ਥਾਂ ਤੇ ਜ਼ਿਆਦਾ ਪਾਏ ਜਾਂਦੇ ਨੇ ਇਸ ਜੰਗਲ ਦੇ ਵਿੱਚ। ਅੱਛਾ ਨਾਰਾਇਣ ਨਾਥ ਜੀ, ਕਿਸੇ ਨੂੰ ਕੋਈ ਇੱਥੇ ਆਉਣ ਤੇ ਕੋਈ ਪਾਬੰਦੀ ਤਾਂ ਨਹੀਂ, ਕੋਈ ਆ ਸਕਦਾ ਇੱਥੇ ਕੋਈ ਦਰਸ਼ਨਾਂ ਲਈ? ਪਾਬੰਦੀ ਨਹੀਂ ਹੈ ਜੀ ਜੀ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਇਹ ਜੰਗਲ ਜਿਹੜਾ ਪਹਾੜ ਵਾਂਗੂ ਹੈ, ਉੱਚਾ ਨੀਮਾ, ਤੁਸੀਂ ਵੇਖ ਸਕਦੇ ਹੋ। ਹਾਂ, ਇਹ ਨੈਚੁਰਲ ਹੈ ਸਾਰਾ ਕੁਝ। ਚੜਾਈ ਹੈ ਜੀ ਜੀ ਜੀ, ਤੇ ਕਿਤੇ ਡੰਗਾਈ ਹੈ। ਇਸ ਤਰੀਕੇ ਨਾਲ ਇੱਕ ਛੋਟੀ ਜੀ ਇੱਥੇ ਮਤਲਬ ਉਹ ਵੀ ਪਾਣੀ ਦੀ ਜਿਸ ਤਰ੍ਹਾਂ ਨਾੜਾ ਕਹਿ ਸਕਦੇ ਹਾਂ ਜਾਂ ਜਿਵੇਂ ਝਰਨਾ ਕਹਿ ਸਕਦੇ ਹਾਂ, ਟਾਈਪ ਝਰਨਾ ਵਗਦਾ ਹੀ, ਜਿਹੜਾ ਹੁਣ ਸੁੱਕ ਗਿਆ ਹੈ। ਜੀ ਜੀ ਜੀ। ਪਰ ਉਹ ਝਰਨਾ ਹਾਲੇ ਵੀ ਇੱਥੇ ਮੌਜੂਦ ਹੈ। ਅੱਛਾ, ਇਹ ਤਾਂ ਹੁਣ ਜਿਹੜਾ ਨੈਚੁਰਲ ਹੈ, ਪਾਣੀ ਦਾ ਵੀ ਤੁਸੀਂ ਬਰਸਾਤ ਨਾਲ ਹੀ ਚੱਲਦਾ ਹੋਣਾ ਜਾਂ ਕਦੇ ਪਾਣੀ ਦੇਣ ਦੀ ਕੋਸ਼ਿਸ਼ ਜਾਂ ਉਸ ਢੰਗ ਦੇ ਨਾਲ ਤਾਂ ਕਿਤੇ ਨਹੀਂ ਕੀਤਾ ਹੋਣਾ? ਨਹੀਂ, ਇਹਨੂੰ ਕਦੀ ਵੀ ਕੋਈ ਪਾਣੀ ਨਹੀਂ ਦਿੰਦਾ ਹੈ, ਇਹ ਆਪੇ ਚੱਲਦਾ ਹੈ। ਅੱਛਾ ਜੀ। ਆਹ ਹੁਣ ਜਟਾਵਾਂ ਹਨਾ, ਜੜਾਵਾਂ ਜਿਹੜੀਆਂ ਨੇ ਕਿਸ ਢੰਗ ਦੇ ਨਾਲ ਬਣੀਆਂ ਹੋਈਆਂ ਨੇ, ਇਹ ਆਲੇ ਦੁਆਲੇ ਕਾਫੀ ਇਹ ਜੇ ਏਕੜਾਂ ਦੇ ਵਿੱਚ ਗੱਲ ਕੀਤੀ ਜਾਵੇ ਨਾਰਾਇਣ ਨਾਥ ਜੀ, ਤਾਂ ਕੁਝ ਪਤਾ ਲੱਗ ਸਕਦਾ ਕਿ ਕਿੰਨੇ 100 ਏਕੜ ਹੋਣੀ ਜਗ੍ਹਾ ਕਿੰਨੇ? ਕਿਉਂਕਿ 2.25 ਕਿਲੋਮੀਟਰ ਦਾ ਏਰੀਆ ਤੁਸੀਂ ਦੱਸ ਦਿਓ ਕਿ ਘੇਰਾ ਕਾਫੀ ਹੈ ਇਸ। ਹਾਂਜੀ, ਕਈ ਵਾਰ ਇਹਨੂੰ ਨਾਪਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਦੀ ਕਲੀਅਰ ਨਹੀਂ ਨਿਕਲੀ। ਅੱਛਾ। ਹਾਂਜੀ। ਤੇ ਕਾਫੀ ਲੋਕਾਂ ਦੇ ਨਾਮ ਜ਼ਮੀਨ ਹੈਗੀ ਆ ਇਹ ਜਿਹੜੀ, ਕਿੰਨੇ ਕੁ ਲੋਕਾਂ ਦੇ ਨਾਮ ਜ਼ਮੀਨ ਹੋਣੀ ਕਿ 10 20 50 ਕਿੰਨੇ ਬੰਦਿਆਂ ਦੀ ਜ਼ਮੀਨ ਬੋਲਦੀ ਹੈ ਇੱਥੇ? ਹਾਂ, ਇੱਥੇ ਮਤਲਬ ਜਿਹੜੇ ਪਿੰਡ ਦੇ ਪੁਰਾਣੇ ਹਰਚੰਦ ਸੀਗੇ ਜੀ, ਉਹਨਾਂ ਦੇ ਨਾਂ ਸੀਗੀ ਇਹ ਜ਼ਮੀਨ। ਠੀਕ ਹੈ। ਤੇ ਕਾਫੀ ਜਗ੍ਹਾ ਇਹ ਜਿਹੜੀ ਅਸੀਂ ਦਿਖਾ ਰਹੇ ਹਾਂ ਤੁਹਾਨੂੰ,
ਇਸ ਥਾਂ ਤੇ ਵੈਸੇ ਤਾਂ ਬਹੁਤ ਰਮਣੀਕ ਥਾਂ ਹੈ, ਕਿਉਂਕਿ ਇੱਕ ਕੁਦਰਤ ਦਾ ਵੀ ਨਜ਼ਾਰਾ ਹੈ ਤੇ ਬੜੀ ਸ਼ਾਂਤ ਵੀ ਜਗ੍ਹਾ ਹੈਗੀ ਹੈ। ਹਾਂਜੀ ਹਾਂਜੀ ਕਿਉਂਕਿ ਜ਼ਿਆਦਾਤਰ ਥਾਵਾਂ ਤੇ ਤਾਂ ਮਨੁੱਖ ਨੇ ਆਪ ਹੀ ਸਾਰਾ ਕੁਝ ਵਿਗਾੜ ਲਿਆ। ਹਾਂਜੀ ਹਾਂਜੀ ਇਹ ਥਾਂ ਨੀਵੀਂ ਹੈਗੀ ਹੈ, ਫਿਰ ਉਹ ਤੋਂ ਥਾਂ ਉੱਚੀ ਹੋ ਜਾਂਦੀ ਹੈ, ਹਾਂਜੀ ਹਾਂਜੀ ਉਹ ਸਾਹਮਣੇ ਫੇਰ ਨੀਵੀਂ ਹੋ ਜਾਂਦੀ ਹੈ। ਹਾਂਜੀ। ਇਹ ਇਸੇ ਤਰ੍ਹਾਂ ਦੇ ਨਾਲ ਉਚੜਾ ਤੇ ਚੜਾ ਜਿਹੜਾ ਇਹ ਕਿਸੇ ਨੇ ਕੋਈ ਮਿੱਟੀ ਪਾ ਕੇ ਤਾਂ ਉੱਚਾ ਨੀਵਾਂ ਨਹੀਂ ਕੀਤਾ ਹੋਣਾ ਹੈਗਾ। ਨਹੀਂ ਇੱਥੇ ਮਿੱਟੀ ਆ ਹੀ ਨਹੀਂ ਸਕਦੀ। ਜੀ ਜੀ ਜੀ, ਜੰਗਲ 'ਚ ਕਿੱਥੋਂ ਮਿੱਟੀ ਆ ਜਾਣੀ। ਇਹ ਚਿਕਨੀ ਮਿੱਟੀ ਲੱਗਦੀ ਹੈ, ਕੁਝ ਥੋੜੀ ਜਿਹੀ ਡਿਫਰੈਂਟ ਵੀ ਲੱਗਦੀ ਹੈ ਇਹ ਜਿਹੜੀ ਹਾਂ, ਮਿੱਟੀ। ਇਸ ਪਿੰਡ ਨਾਲ ਇਸ ਮਿੱਟੀ ਦਾ ਡਿਫਰੈਂਟ ਹੈ। ਪਿੰਡ ਦੀ ਮਿੱਟੀ ਹੋਰ ਹੈ ਤੇ ਇਹਦੀ ਮਿੱਟੀ ਹੋਰ ਹੈ। ਅੱਛਾ, ਫਰਕ ਹੈ ਇਸ ਹਾਂਜੀ, ਮਿੱਟੀ ਦਾ। ਬਹੁਤ ਜ਼ਿਆਦਾ ਫਰਕ ਹੈ। ਕਾਫੀ ਤੁਸੀਂ ਜਿਹੜੀਆਂ ਚੀਜ਼ਾਂ ਦੱਸਦੇ ਹੋ ਇਹ ਮਤਲਬ ਆਮ ਜਿਹੜਾ ਮਨੁੱਖ ਹੈ ਉਹਨੂੰ ਥੋੜੇ ਜਿਹਾ ਇਸ ਤਰ੍ਹਾਂ ਲੱਗਦੀਆਂ ਨੇ। ਪਹਾੜਾਂ ਦੇ ਵਿੱਚ ਹੀ ਹੁੰਦੀ ਹੈ। ਜੀ 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 ਜੀ। ਸੋ ਇਹ ਇਸੇ ਢੰਗ ਦੇ ਨਾਲ ਜੰਗਲ ਹੈ ਸਿਰੇ ਤੱਕ ਹੀ ਹੁਣ। ਹਾਂਜੀ ਹਾਂਜੀ, ਬਹੁਤ ਵੱਡਾ ਜੰਗਲ ਹੈ ਇਹ। ਜੀ ਜੀ ਜੀ। ਤੇ ਅੱਗੇ ਜਾ ਕਰਕੇ ਵੱਡੇ ਵੱਡੇ ਰੁੱਖ ਨੇ, ਉਹਨਾਂ ਦੇ ਵਿੱਚ ਚਮਗਾਦੜ ਤੇ ਕਈ ਇਹੋ ਜਿਹੀ ਚੀਜ਼ਾਂ ਨੇ। ਉੱਥੇ ਜਾਣ ਦਾ ਰਸਤਾ ਨਹੀਂ ਹੈ। ਹਾਂਜੀ ਹਾਂ, ਮਤਲਬ ਬੜੇ ਔਖੇ ਹੋ ਕਰਕੇ ਜਾਣਾ ਪੈਂਦਾ ਹੈ। ਜੀ 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 ਜੀ, ਕਿਉਂਕਿ ਕੱਪੜੇ ਕੁਪੜੇ ਛਲੋ ਜਾਂਦੇ ਨੇ। ਰਸਤਾ ਸਿਰਫ ਇੱਥੋਂ ਤੱਕ ਹੀ ਹੈ। ਤੁਸੀਂ ਕਦੇ ਭ੍ਰਮਣ ਕਰਦੇ ਹੋ ਅੱਗੇ ਤੱਕ? ਕਿੰਨੀ ਤੱਕ, ਕਦੇ ਕਿੱਥੇ ਤੱਕ? ਕਈ ਵਾਰੀ ਜੀ ਕਰ ਜਾਂਦਾ ਹੈ। ਅਕੇਲੇ ਹੁੰਨੇ ਆ ਜੀ ਜੀ, ਅਸੀਂ ਚੱਲ ਪੈਂਦੇ ਆ। ਤੁਸੀਂ ਦੇਖ ਸਕਦੇ ਹੋ ਥੱਲੇ ਕਿੰਨਾ ਡੂੰਘਾ ਹੈ। ਹੁਣ ਇਹ ਆ ਉੱਚੀ ਜਗ੍ਹਾ ਹੈ, ਉਹ ਬਹੁਤ ਨੀਵੀਂ ਜਗ੍ਹਾ ਆ ਗਈ। ਸ਼ਾਇਦ ਉਹ ਪਾਣੀ ਵੀ ਉੱਥੇ ਨੂੰ ਵਗਦਾ ਹੋਣਾਗਾ ਜਿਸ ਤਰ੍ਹਾਂ ਮਹਿਸੂਸ ਹੋ ਰਿਹਾ। ਹਾਂਜੀ, ਪਾਣੀ ਵਗਦਾ ਇੱਥੋਂ। ਜਿਸ ਤੱਕ ਜਾ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ, ਜਿਸ ਤੱਕ ਸਹੀ ਢੰਗ ਦੇ ਨਾਲ ਜਾ ਹੁੰਦਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਇਹ ਜਿਹੜਾ ਜੰਗਲ ਹੈ ਕਾਫੀ ਮੁਸ਼ਕਿਲ ਰਸਤਾ ਹੈ ਵੈਸੇ ਤਾਂ ਇਸ ਥਾਂ ਤੇ। ਅੱਛਾ, ਜਿਹੜੀ ਤੁਸੀਂ ਗੱਲਾਂ ਦੱਸ ਰਹੇ ਹੋ ਕਿ ਨਾਰਾਇਣ ਨਾਥ ਜੀ ਕੇ ਕਈ ਲੋਕਾਂ ਨੇ ਦੇਖਿਆ ਸੀਗਾ ਕਿ ਇੱਕ ਜੰਗਲ ਉੜਿਆ ਆ ਰਿਹਾ ਹੈ, ਇਹ ਅੱਗੇ ਤੋਂ ਅੱਗੇ ਗੱਲ ਚੱਲਦੀ ਆਉਂਦੀ ਹੈ? ਹਾਂ, ਬਜ਼ੁਰਗਾਂ ਦੇ ਨਾਲ ਹੀ, ਜਿਸ ਤਰ੍ਹਾਂ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਦੱਸਿਆ, ਫਿਰ ਉਹਨਾਂ ਨੇ ਸਾਨੂੰ ਦੱਸਿਆ, ਇਸ ਤਰ੍ਹਾਂ ਪੁਸ਼ਤਾਂ ਦਰ ਪੁਸ਼ਤਾਂ ਇਹ ਗੱਲਾਂ ਚੱਲੀ ਆਏ ਕਰਦੀਆਂ ਨੇ। ਕੋਈ ਕਿਤਾਬਾਂ ਵੀ ਲਿਖੀਆਂ ਗਈ, ਕੋਈ ਕਿਤਾਬ ਇਸ ਸੰਬੰਧੀ, ਇਸ ਥਾਂ ਸੰਬੰਧੀ ਕੋਈ ਕਿਤਾਬ ਲਿਖੀ ਗਈ ਕਦੇ? ਕੋਈ ਸਾਹਿਤ ਜਾਂ ਕੁਛ ਇਦਾਂ ਦਾ? ਉਹਦਾ ਨੋਰਮਲ ਹੀ ਸਾਹਿਤ ਹੈ, ਲੇਕਿਨ ਕਿਸੇ ਨੇ ਪ੍ਰੋਪਰ ਸਾਹਿਤ ਨਹੀਂ ਲਿਖਿਆ। ਅੱਛਾ ਜੀ। ਇਹ ਅੱਗੇ ਤੋਂ ਅੱਗੇ ਫਿਰ ਜਿਹੜੇ ਗੱਦੀ ਨਸ਼ੀਨ ਹੈ ਉਹ ਮਹਾਦੇਵ ਜੀ ਤੋਂ ਬਾਅਦ ਵੀ, ਬਨਖੰਡੀ ਜੀ ਤੋਂ ਬਾਅਦ ਵੀ ਅੱਗੇ ਬਣਦੇ ਰਹੇ ਪੀੜ੍ਹੀ ਦਰ ਪੀੜ੍ਹੀ? ਨਹੀਂ, ਪੀੜ੍ਹੀ ਦਰ ਪੀੜ੍ਹੀ ਪਹਿਲਾਂ ਤੇ ਕੋਈ ਨਹੀਂ ਬਣਿਆ। ਕੁਝ ਸਾਲਾਂ ਤੋਂ ਇੱਥੇ ਮਹੰਤ ਦੀ ਪਰੰਪਰਾ ਚੱਲ ਰਹੀ ਹੈ। ਲਗਭਗ 100 ਸਾਲ ਤੋਂ ਮਹੰਤ ਦੀ ਪਰੰਪਰਾ ਚੱਲ ਰਹੀ ਹੈ। ਉਸ ਤੋਂ ਪਹਿਲਾਂ ਇੱਥੇ ਸੇਰ ਹੁੰਦੇ ਹੀ, ਇੱਥੇ ਕੋਈ ਆਂਦਾ ਹੀ ਨਹੀਂ ਸੀ। ਜੀ 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 ਜੀ। ਕਾਫੀ ਪਿੰਡਾਂ 'ਚ ਦੇ ਲੋਕ ਹੁਣ ਮਾਨਤਾ ਜਿਹੜੀ ਹੈਗੀ ਹੈ ਇਸ ਥਾਂ ਦੀ, ਲਗਭਗ ਪੂਰੇ ਪੰਜਾਬ ਤੋਂ ਲੋਕੀ ਆਉਂਦੇ ਨੇ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਜੰਮੂ, ਦਿੱਲੀੋਂ, ਮਤਲਬ ਬੜੀ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਇੱਥੇ ਦਰਸ਼ਨ ਕਰਨ ਵਾਸਤੇ। ਹੋਰ ਕਿਹੜੀ ਜਗ੍ਹਾ, ਜਿਵੇਂ ਤੁਸੀਂ ਇੱਟਾਂ ਸਾਨੂੰ ਦਿਖਾਈਆਂ ਸੀਗੀਆਂ ਕਿ ਇਹ ਜਿਹੜੀਆਂ ਇੱਟਾਂ ਨੇ ਇਹ ਨਾ ਤਾਂ ਨਾਨਕਸ਼ਾਹੀ ਇੱਟ ਹੈ ਨਾ ਇਹ ਸਰਹੰਦੀ ਇੱਟ ਹੈ, ਇਹ ਇਸ ਤੋਂ ਵੀ ਪਹਿਲਾਂ ਦੀ ਗੱਲ ਹੈਗੀ ਆ? ਕੋਈ ਹੋਰ ਵੀ ਜਗ੍ਹਾ ਇਸ ਤਰ੍ਹਾਂ ਦੀ ਹੈਗੀ ਹੈ ਇੱਥੇ ਜਿਹੜੀ ਡਿਫਰੈਂਟ ਹੋਵੇ ਬਹੁਤ ਤੇ ਤੁਸੀਂ ਦੱਸਣੀ ਚਾਹੁੰਦੇ ਹੋ? ਸਿਰਫ ਇੱਕ ਇਹ ਜਗ੍ਹਾ ਹੀ ਤੇ ਦੂਜਾ ਉੱਥੇ ਮੰਦਿਰ ਬਣ ਚੁੱਕਿਆ ਹੈ, ਜਿਹੜਾ ਬਾਬਾ ਬਨਖੰਡੀ ਜੀ ਦਾ ਸਥਾਨ ਹੀ ਜੀ। ਇੱਕ ਉਹ ਜਗ੍ਹਾ ਇਹੋ ਜਿਹੀ ਜਿਹੜੀ ਬਹੁਤ ਪੁਰਾਣੀ ਹੀ, ਪਰ ਉਹ ਉੱਥੇ ਮੰਦਿਰ ਬਣਾ ਦਿੱਤਾ ਗਿਆ ਹੈ, ਇਸ ਕਰਕੇ ਉਸका ਜਿਹੜਾ ਪ੍ਰਾਚੀਨ ਰੂਪ ਹੀ ਉਹ ਹੁਣ ਨਹੀਂ ਰਹਿ ਗਿਆ। ਅੱਛਾ ਨਾਰਾਇਣ ਨਾਥ ਜੀ, ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਇੱਥੇ ਦਰਖਤ ਨੇ ਉਹਨਾਂ ਦੇ ਤਣੇ ਕੋਈ ਬਹੁਤੇ ਮੋਟੇ ਤਣੇ ਵਾਲੇ ਦਰਖਤ ਨਹੀਂ ਹੈਗੇ। ਜਿੰਨੇ ਵੀ ਆਲੇ ਦੁਆਲੇ ਤੁਸੀਂ ਦੇਖੋ ਕਿ ਇਹ ਬਰੀਕ ਬਰੀਕ ਟਾਹਣੀਆਂ, ਬਰੀਕ ਬਰੀਕ ਤਣੇ, ਬਰੀਕ ਬਰੀਕ ਸਾਰੇ ਹੈਗੇ ਨੇ ਪੇੜ ਪੌਦੇ ਜਿੰਨੇ ਵੀ ਨੇ। ਉੱਦਾਂ ਸੰਘਣੇ ਜ਼ਰੂਰ ਨੇ ਤੇ ਉਹ ਹੇਠਾਂ ਧਰਤੀ ਤੱਕ ਉਹਨਾਂ ਦੀ ਜੜ੍ਹਾਂ ਲੱਗੀਆਂ ਪਈਆਂ ਨੇ ਹੁਣ। ਇਹਨਾਂ ਦੀ ਜੜ੍ਹਾਂ ਬਹੁਤ ਜ਼ਿਆਦਾ ਡੂੰਘੀਆਂ ਨੇ। ਸੋ ਇਹ ਵਣ ਜਿਹੜਾ ਇਹ ਸਾਂਭਿਆ ਗਿਆ, ਇਹ ਚੰਗੀ ਗੱਲ ਹੈ ਕਿ ਇਸੇ ਢੰਗ ਦੇ ਨਾਲ ਬਚਿਆ ਹੋਇਆ ਹੈ, ਨਹੀਂ ਤਾਂ ਹੁਣ ਆਬਾਦ ਕਰਨ ਦੇ ਚੱਕਰ ਦੇ ਵਿੱਚ ਅਸੀਂ ਸਾਰੀਆਂ ਥਾਵਾਂ ਜਿਹੜੀਆਂ ਨੇ ਉਹ ਖਰਾਬ ਕਰ ਲਈਆਂ। ਜੇ ਬਾਬਾ ਜੀ ਦਾ ਇੱਥੇ ਪ੍ਰਕੋਪ ਨਾ ਪਏ ਤੇ ਲੋਕਾਂ ਨੇ ਇੱਥੇ ਇੱਕ ਮਰਲਾ ਜਗ੍ਹਾ ਨਹੀਂ ਛੱਡਣੀ, ਉਹ ਸਾਰੀ ਵਾਹ ਕੇ ਉਹਨਾਂ ਨੇ ਤਾਂ ਮਿਲਾ ਲੈਣੀ ਆ। ਹਾਂਜੀ। ਇੱਕ ਵਾਰੀ ਇਹਦੇ ਅੰਦਰ ਜੇਸੀਬੀ ਬਾੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਬਿਲਕੁਲ ਜੋ ਹੈ ਇੱਕ ਲੱਕੜ ਹੀ ਸੁੱਕੀ ਧੂਣੇ ਵਾਸਤੇ ਕੱਢਣਾ ਹੀ ਤੇ ਜੇਸੀਬੀ ਪੂਰੀ ਅੰਦਰ ਚਲ ਗਈ ਸੀ, ਧਸ ਗਈ ਸੀ ਵਿੱਚ। ਹਾਂ, ਫਿਰ ਉਹ ਤਿੰਨ ਕਰੇਨਾਂ ਮੰਗਾ ਕਰਕੇ ਉਸ ਨੂੰ ਕੱਢਣਾ ਪਿਆ। ਉਹ ਵੀ
ਅੰਦਰ ਆ ਕੇ ਨਹੀਂ, ਕਿਨਾਰੇ ਹੀ। ਅੱਛਾ ਜੀ। ਹਾਂਜੀ ਹਾਂਜੀ, ਮਤਲਬ ਸ਼ਕਤੀ ਕਹਿ ਲਈਏ ਕਿ ਬਿਲਕੁਲ ਬਾਬਾ ਜੀ ਦੀ ਸ਼ਕਤੀ ਹੈਗੀ ਹੈ ਤੇ ਉਹਦੇ ਕਰਕੇ ਜਿਹੜਾ ਇਹ ਜੰਗਲ ਹੈ ਇਹ ਬਚਿਆ ਹੋਇਆ। ਹਾਂਜੀ ਬਿਲਕੁਲ ਸਹੀ ਹੈ। ਠੀਕ ਹੈ, ਤੁਸੀਂ ਹੁਣ ਇੱਥੇ ਸੇਵਾ ਨਿਭਾ ਰਹੇ ਹੋ ਤੇ ਨਿਭਾਉਂਦੇ ਰਹੋਗੇ। ਹਾਂਜੀ ਹਾਂਜੀ ਜਿੰਨੇ ਚਿਰ ਤੁਹਾਡੇ ਤੇ ਇਹ ਆਸ਼ੀਰਵਾਦ ਹੈਗਾ ਜੀ, ਇਹਨਾਂ ਦਾ ਆਸ਼ੀਰਵਾਦ ਹੈ ਬਾਬਾ ਬਨਖੰਡੀ ਨਾਥ ਜੀ ਦਾ ਜੀ। ਤੇ ਮੈਂ ਤੇ ਬੜਾ ਆਪਣੇ ਆਪ ਨੂੰ ਇਹਨਾਂ ਦਾ ਆਸ਼ੀਰਵਾਦ ਸਮਝਦਾ ਹਾਂ ਕਿ ਮੈਨੂੰ ਇਹਨਾਂ ਨੇ ਆਪਣੀ ਸੇਵਾ ਬਖਸ਼ੀ ਹੋਈ ਹੈ। ਅੱਛਾ। ਮੇਰੀ ਕੋਸ਼ਿਸ਼ ਹੁੰਦੀ ਹੈ ਇੱਥੇ ਜਿੰਨੇ ਵੀ ਯਾਤਰੂ ਆਉਂਦੇ ਨੇ ਦੂਰੋਂ, ਉਹਨਾਂ ਦੀ ਮੈਂ ਹਰ ਤਰ੍ਹਾਂ ਦੀ ਸੇਵਾ ਕਰਾਂ, ਉਹਨਾਂ ਦੀ ਭੋਜਨ ਦੀ, ਜਲ ਦੀ, ਜੋ ਵੀ ਮੈਂ ਕਰ ਸਕਦਾ ਹਾਂ। ਠਹਿਰਨਾ ਚਾਹੁੰਦਾ ਕੋਈ ਠਹਿਰ ਸਕਦਾ ਫਿਰ ਆ ਕੇ? ਇੱਥੇ ਠਹਿਰਨ ਦਾ ਵੀ ਹੈ, ਇੱਥੇ ਰੁਕਦੇ ਨੇ ਲੋਕੀ। ਜਦੋਂ ਇੱਥੇ ਧਰਮ ਦਿਹਾੜੇ ਦਾ ਮੇਲਾ ਆਉਂਦਾ ਹੈ ਉਦੋਂ ਬੜੀ ਦੁਨੀਆ ਇੱਥੇ ਰੁਕਦੀ ਹੈ। ਹਾਂਜੀ। ਤੇ ਨਰਾਇਣ ਨਾਥ ਜੀ, ਤੁਸੀਂ ਵੀ ਹੁਣ ਕੋਈ ਭਗਤੀ ਕਰਦੇ ਹੋ, ਕੋਈ ਜਿਵੇਂ ਆਪਾਂ ਕਹਿ ਲਈਏ ਕਿ ਸਮਾਧੀ ਲਾਉਂਦੇ ਹੋ, ਜਿਵੇਂ ਤੁਸੀਂ ਦੱਸ ਵੀ ਰਹੇ ਸੀਗੇ? ਹਾਂਜੀ ਹਾਂਜੀ ਹਾਂ, ਅਸੀਂ ਹੁਣ ਜਦੋਂ ਦਾ ਸਾਨੂੰ ਬਾਬਾ ਸਿੱਧ ਬਨਖੰਡੀ ਨੇ ਦੱਸਿਆ ਹੈ ਕਿ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਕਰਨੇ ਹੈ ਤੇ ਜਿੰਨਾ ਕੁਝ ਦਿਖਾਈ ਦੇ ਰਿਹਾ ਹੈ ਸਭ ਪਰਮਾਤਮਾ ਦਾ ਰੂਪ ਹੈ। ਭਾਵੇਂ ਸੂਰਜ ਹੈ, ਵਾਯੂ ਹੈ, ਜਲ ਹੈ, ਅਗਨੀ ਹੈ, ਪਰਮਾਤਮਾ ਦੇ ਬਾਬਾ ਜੀ ਨੇ ਸਾਨੂੰ 33 ਰੂਪ ਦੱਸੇ ਨੇ ਜਿਨ੍ਹਾਂ ਨਾਲ ਸ੍ਰਿਸ਼ਟੀ ਚਲਾਉਂਦੇ ਨੇ ਮਾਲਕ। ਤੁਸੀਂ ਕੰਨ ਪੜਵਾਏ ਨੇ, ਹਾਂਜੀ ਹਾਂਜੀ, ਇਹਦਾ ਕਾਰਨ ਕੀ ਹੈ? ਇਹ ਸਾਡੀ ਪਰੰਪਰਾ ਹੈ ਨਾਥ ਸੰਪਰਦਾਇ ਦੀ। ਤੇ ਨਾਥ ਸੰਪਰਦਾਇ ਦੀ ਪਰੰਪਰਾਗਤ ਅਸੀਂ ਵੀ ਆਪਣੇ ਜਿਹੜੇ ਸਾਡੇ ਇਸ ਪਰੰਪਰਾ ਦੇ ਗੁਰੂ ਨੇ ਉਹਨਾਂ ਕੋਲੋਂ ਦੀਕਸ਼ਾ ਲੈ ਕੇ ਕੰਨ ਪੜਵਾਏ ਨੇ। ਤੁਸੀਂ ਬ੍ਰਹਮਚਾਰੀ ਵੀ ਹੋ? ਹਾਂਜੀ, ਨਾਥ ਸੰਪਰਦਾਇ ਦੇ ਵਿੱਚ ਜੋ ਹੈ ਇਹੀ ਪਰੰਪਰਾ ਚੱਲਦੀ ਹੈ। ਠੀਕ ਹੈ। ਸੋ ਇਸ ਵੇਲੇ ਪਿੰਡ ਚੜੌਲੀ ਦੇ ਕੁਝ ਲੋਕ ਵੀ ਸਾਡੇ ਨਾਲ ਨੇ, ਉਹਨਾਂ ਤੋਂ ਹੀ ਜਾਣਾਂਗੇ ਕਿ ਇਹ ਜੰਗਲ ਦੀ ਰਹੱਸਮਈ ਜੰਗਲ ਦੀ ਅਸਲੀਅਤ ਕੀ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਰਿੰਦਰ ਸਿੰਘ ਵਿੱਕੀ ਜੀ। ਵਿੱਕੀ ਜੀ, ਕੀ ਜਾਣਦੇ ਹੋ ਇਸ ਜੰਗਲ ਬਾਰੇ? ਬਹੁਤ ਸਾਰੀਆਂ ਗੱਲਾਂ ਤੁਰੀਆਂ ਨੇ, ਕਹਿੰਦੇ ਪਤਾ ਨਹੀਂ ਲੱਗਦਾ ਕਿੰਨੇ ਕਿਲੋਮੀਟਰ 'ਚ ਹੈ, ਜੇ ਕੋਈ ਲੱਕੜੀ ਵਰਤਦਾ ਹੈ ਤਾਂ ਉਹਦਾ ਨੁਕਸਾਨ ਹੋ ਜਾਂਦਾ। ਕੀ ਸੱਚਾਈ ਹੈ? ਜੈ ਬਾਬਾ ਸਿੱਧ ਬਾਬਾ ਬਨਖੰਡੀ ਨਾਥ ਮਹਾਰਾਜ ਕੀ ਜੈ ਜੈਕਾਰ ਹੋ। ਇਹ ਜੀ ਬਹੁਤ ਪੁਰਾਣਾ ਮੰਦਿਰ ਹੈ ਜੀ, ਸਾਡੇ ਜੰਗਲ ਹੈਗਾ ਇੱਥੇ, ਇਤਿਹਾਸਿਕ ਮੰਦਿਰ ਹੈਗਾ। ਇਸ ਦੀ ਬਹੁਤ ਵੱਡਾ ਜੰਗਲ ਹੈ। ਇਸ ਦੀ ਲੱਕੜੀ ਕੋਈ ਵੀ ਅਸੀਂ ਵਰਤਦੇ ਹਾਂ ਨਾ ਜਿਹੜੀ, ਇਹ ਜਾਂ ਸੰਸਕਾਰ ਵਾਸਤੇ ਜਾਂ ਮੰਦਿਰ ਦੇ ਕੋਈ ਵੀ ਪ੍ਰੋਗਰਾਮ ਹੁੰਦਾ ਉਸ ਵਾਸਤੇ ਵਰਤੀ ਜਾਂਦੀ ਹੈ। ਜੇ ਕੋਈ ਉੱਦਾਂ ਵਰਤਦਾ ਤਾਂ ਕੀ ਹੁੰਦਾ? ਕੋਈ ਵੀ ਘਟਨਾ ਹੋ ਸਕਦੀ ਹੈ ਜੀ। ਤੁਸੀਂ ਕੀ ਸੁਣਿਆ, ਕੋਈ ਸੱਚਾਈ ਤੁਹਾਨੂੰ ਪਤਾ ਹੋਵੇ ਜਾਂ ਕੋਈ ਦੱਸਦੇ ਨੇ ਬਜ਼ੁਰਗ? ਦੇਖੋ ਜੀ, ਇੱਥੇ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਵੀ ਇਸ ਨੂੰ ਇਸੇ ਕੰਮ ਵਾਸਤੇ ਵਰਤਿਆ ਜਾਂਦਾ ਹੈ, ਮੰਦਿਰ ਵਾਸਤੇ ਹੀ, ਕਿਸੇ ਹੋਰ ਕੰਮ ਵਾਸਤੇ ਨਹੀਂ ਵਰਤਦੇ। ਤੁਹਾਡੇ ਸੋਝੀ 'ਚ ਕਦੇ ਕਿਸੇ ਦਾ ਨੁਕਸਾਨ ਹੋਇਆ ਜਿਸ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਕੀ ਗੱਲ ਹੋ ਗਈ ਸੀ? ਇਹਨਾਂ ਪੁੱਛੋ। ਘਰ ਨੂੰ ਅੱਗ ਲੱਗ ਗਈ ਹੁੰਦੇ। ਕੀ ਹੋਇਆ ਸੀ? ਲੱਕੜੀ ਲਿੱਤੀ ਨਾ ਇੱਥੋਂ ਤੇ ਘਰ ਨੂੰ ਅੱਗ ਲੱਗ ਗਈ। ਅੱਛਾ। ਹਾਂਜੀ, ਉਹਦੇ ਕਰਕੇ ਹੁਣ ਅੱਗੇ ਨਹੀਂ ਲੈਂਦੇ ਹੈਗੇ। ਅੱਛਾ। ਇਹ ਕਿੰਨੇ ਦੇਰ ਦੀ ਗੱਲ ਹੈਗੀ? ਕਾਫੀ ਚਿਰ ਦੀ ਗੱਲ ਹੈਗੀ। ਮਤਲਬ ਤੁਹਾਡੀ ਸੋਝੀ ਦੀ ਗੱਲ? ਸਾਡੇ ਆਉਣ ਤੋਂ ਪਹਿਲੇ ਦੀ ਗੱਲ ਹੈਗੀ। ਅੱਛਾ। ਹਾਂਜੀ। ਕੀ ਦੱਸਦੇ ਨੇ? ਦੱਸਦੇ ਕਿਸੇ ਨੇ ਲੱਕੜੀ ਲਿੱਤੀ ਘਰ ਤੇ ਘਰ ਵਿੱਚ ਇਦਾਂ ਹੀ ਕਲਕੀ ਅੱਗ ਜੀ ਲੱਗ ਗਈ। ਉਦੋਂ ਬਾਅਦ ਲੱਕੜੀ ਨਹੀਂ ਲਿੱਤੀ ਕਿਸੇ ਨੇ ਵੀ ਘਰ। ਮਤਲਬ ਨੁਕਸਾਨ ਹੋ ਜਾਂਦਾ। ਅੱਛਾ, ਇਹ ਜਗ੍ਹਾ ਵੀ ਦੱਸਦੇ ਨੇ, ਕਹਿੰਦੇ ਇਹ ਜਗ੍ਹਾ ਮਤਲਬ ਰਜਿਸਟਰਡ ਲੋਕਾਂ ਦੇ ਨਾਮ ਹੈ ਪਰ ਵਰਤਦੇ ਨਹੀਂ ਹੈਗੇ, ਇਹ ਵੀ ਸੱਚਾਈ ਹੈ? ਹਾਂਜੀ, ਆ ਗਈ। ਇਹ ਕੀ ਸੱਚਾਈ ਹੈ? ਅੱਛਾ, ਇਹ ਕਿਸੇ ਦੀ ਜਗ੍ਹਾ ਹੈਗੀ ਜੀ। ਇੱਥੇ ਮਹਾਤਮਾ ਰਹਿੰਦੇ ਸੀ ਪਹਿਲੇ ਤੇ ਕਲਕੀ ਉਹ ਸਮਾਧੀ ਬੁੱਧੀ ਲਾਉਂਦੇ ਸੀ ਜੀ, ਪੈਲੀ ਪੂਰੀ ਬੰਨ੍ਹਦੇ ਸੀ ਤੇ ਬਸ ਉਦੋਂ ਬਾਅਦ ਫਿਰ ਉਹਨਾਂ ਸਮਾਧੀ ਲਾਈ ਦੀ ਘਟਨਾ ਹੋਈ। ਚਲੋ ਬਾਬੇ ਸ਼ਕਤੀ ਮਾਰੀ, ਰਾਤੋਂ ਰਾਤ ਜੰਗਲ ਹੋ ਗਿਆ ਤੇ। ਹਾਂਜੀ। ਅੱਛਾ, ਹੁਣ ਤੁਹਾਨੂੰ ਕਿੰਨਾ ਕੁ ਪਤਾ ਹੈ, ਕੀ ਦੱਸਦੇ ਨੇ ਪਿੰਡਾਂ ਵਾਲੇ, ਇਲਾਕੇ ਦੇ ਲੋਕ ਵੀ, ਕਿੰਨਾ ਕੁ ਪੁਰਾਣਾ ਜੰਗਲ ਹੈ? ਇਹ ਕਾਫੀ ਦਰ ਪੁਰਾਣਾ ਜੰਗਲ ਹੈ ਜੀ। ਸਾਡੀ ਹੋਸ਼ ਤੋਂ ਕਾਫੀ ਦਰ ਪਹਿਲਾਂ ਦੀ ਗੱਲ ਆ। ਅਸੀਂ ਤੇ ਇਸ ਗੱਲ ਨੂੰ ਪੂਰਾ ਨਹੀਂ ਜਾਣਦੇ। ਤੁਹਾਡੇ ਬਜ਼ੁਰਗ ਦੱਸਦੇ ਹੋਣੇ ਕੁਝ? ਹਾਂ। ਕੀ ਸੁਣਦੇ ਹੋਣੇ ਹੋ ਤੁਸੀਂ? ਹਾਂਜੀ, ਉਹ ਇਹ ਦੱਸਦੇ ਰਹੇ ਵੀ ਜਦੋਂ ਇੱਥੋਂ ਜੇ ਕੋਈ ਹੋਰ ਲੱਕੜੀ ਜਾ ਕੇ ਵਰਤਦਾ ਤੇ ਜਦੋਂ ਆਪਾਂ ਕੋਈ ਰਾਸ਼ਨ ਹੀ ਬਣਾ ਲੈਂਦੇ ਆ ਘਰ ਵਾਸਤੇ, ਉਹ ਕੌੜਾ ਹੋ ਜਾਏਗਾ ਜੀ। ਅੱਛਾ। ਜੇ ਤੁਸੀਂ ਲੰਗਰ 'ਚ ਇਹਨੂੰ ਵਰਤਦੇ ਹੋ ਤਾਂ ਬੜਾ ਵਧੀਆ, ਕੋਈ ਗੱਲ ਨਹੀਂ। ਸੰਸਕਾਰ ਤੇ ਵੀ ਆਮ ਸਾਡੇ ਇਲਾਕੇ ਦੇ ਵੀ ਵਰਤਦੇ ਰਹੇ ਲੋਕ, ਹੁਣ ਤੇ 2-3 ਪਿੰਡ ਹੀ ਵਰਤਦੇ ਆ। ਅੱਛਾ, ਜਦੋਂ ਕੋਈ ਇਸ ਦਾ ਅੰਤਿਮ ਸੰਸਕਾਰ ਹੁੰਦਾ ਫਿਰ ਵਰਤਦੇ ਹੋ? ਹਾਂਜੀ ਹਾਂਜੀ, ਵਰਤਦੇ ਰਹੇ ਪਰ ਹੁਣ ਨਹੀਂ। ਅੱਛਾ। ਹੁਣ ਤੇ ਇਹ 2-3 ਪਿੰਡ ਵਰਤਦੇ ਆ, ਜਿਸ ਤਰ੍ਹਾਂ ਝੜੋਲੀਆਂ ਹੋ ਗਈਆਂ, ਪੱਚਵਲ ਹੋ ਗਿਆ, ਨਹੀਂ ਤੇ ਪਹਿਲੇ ਰਸੂਲਪੁਰ, ਸੁਦਾਣਾ, ਅਮਰਾਜਪੁਰ, ਇਹ ਸਾਰੇ ਖੜਦੇ ਰਹੇ ਜੀ। ਕਿੰਨੇ ਕੇ ਏਰੀਏ 'ਚ ਪਤਾ ਕੁਝ ਵੀ ਜੰਗਲ ਕਿੰਨੇ ਏਰੀਏ 'ਚ ਹੈ ਕੋਈ ਗਿਣਤੀ ਮਿਣਤੀ? ਇਹਦੇ ਬਾਰੇ ਕੋਈ ਗਿਣਤੀ ਮਿਣਤੀ ਨਹੀਂ ਹੈਗੀ। ਇਹਦੇ ਬਾਰੇ ਅੱਜ ਤੱਕ ਕੋਈ ਪਤਾ ਨਹੀਂ ਚੱਲਿਆ ਦਾ ਵੀ ਪੂਰਾ ਮਤਲਬ ਹੈ ਕਿੰਨਾ। ਰੁੱਖਾਂ ਬਾਰੇ ਪਤਾ, ਕਹਿੰਦੇ ਇਹ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਕਿਹੜੇ ਨੇ, ਨਾਮ ਨੂਮ ਜਾਂ ਕੁਝ? ਨਹੀਂ ਨਹੀਂ ਨਹੀਂ, ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ। ਅੱਛਾ ਜੀ। ਨਹੀਂ ਜੀ ਨਹੀਂ। ਕੀ ਮਾਨਤਾ ਕੀ ਹੈ ਇਸ ਥਾਂ ਦੀ ਫਿਰ ਹੋਰ? ਮਾਨਤਾ ਇਹੀ ਹੈ ਜੀ, ਬਾਬਾ ਜੀ ਨੇ ਜੰਗਲ ਜਿਹੜਾ ਲਿਆਂਦੇ ਦਾ ਇਹ ਹਵਾ 'ਚ ਉੱਡ ਗਿਆ ਇਹਦਾ ਸ਼ਕਤੀ ਨਾਲ ਹੀ। ਇਸ ਪਿੰਡ ਦੇ ਨਾਲੋਂ ਅਲੱਗ ਮਿੱਟੀ ਹੈ ਇਸ ਦੀ, ਬ੍ਰਿਕਸ਼ ਅਲੱਗ ਨੇ, ਹਰ ਇੱਕ ਚੀਜ਼ ਅਲੱਗ ਹੈ। ਇੱਥੋਂ ਜਦੋਂ ਅਸੀਂ ਗੁਜ਼ਰਨੇ ਆ ਤੇ ਆਮ ਤੋਂ ਨੂੰ
ਤੇ ਇੱਕ ਅਲੱਗ ਜੀ ਖੁਸ਼ਬੂ ਆਉਂਦੀ ਹੈ ਜੜੀ ਬੂਟੀਆਂ ਦੀ। ਇਸ ਕਰਕੇ ਮਾਨਤਾ ਇਹੀ ਹੈ ਜੀ। ਦੂਰੋਂ ਦੂਰੋਂ ਆਉਂਦੇ ਨੇ ਲੋਕ ਇੱਥੇ? ਹਾਂ ਦੂਰੋਂ ਦੂਰੋਂ ਆਉਂਦੇ, ਬਹੁਤ ਦੂਰ ਦੂਰੋਂ ਆਉਂਦੇ। ਸਾਡੇ ਇੱਥੇ 15 ਜੂਨ ਮੇਲ ਲੱਗਦੀ ਹੈ, ਜੂਨ ਮਹੀਨੇ ਬਹੁਤ ਵੱਡਾ ਮੇਲਾ ਹੁੰਦਾ ਜੀ। ਭੰਡਾਰਾ ਹੁੰਦਾ। ਭੰਡਾਰਾ ਦਿੱਲੀ ਹੁੰਦਾ ਤੱਕ ਜੀ। ਲੋਕ ਆਉਂਦੇ ਜੀ, ਦਿੱਲੀ ਤੱਕ। ਸਾਡੇ ਵੀ ਜਠੇਰੇ ਇੱਥੇ ਆ। ਅੱਛਾ, ਹਾਂਜੀ ਹਾਂਜੀ, ਬਹੁਤ ਮਾਨਤਾ ਹੈ ਇਸ ਥਾਂ ਦੀ। 12-13 ਜਾਤਾਂ ਦੇ ਜਿਹੜੇ ਜਠੇਰੇ ਆ ਉਹ ਇੱਥੇ ਆ ਜੀ। ਠੀਕ ਹੈ। ਹਾਂਜੀ, ਬੜੀ ਮਾਨਤਾ ਹੈ। ਸਾਰੇ ਆਲੇ ਦੁਆਲੇ ਦੇ ਲੋਕ ਵੀ ਇੱਥੇ ਆਉਂਦੇ? ਹਾਂਜੀ ਹਾਂਜੀ, ਸਭ ਆਉਂਦੇ ਜੀ, ਕਾਫੀ ਲੋਕ ਆਉਂਦੇ ਜੀ। ਠੀਕ ਹੈ, ਚਲੋ ਬਹੁਤ ਧੰਨਵਾਦ। ਸੋ ਇਹ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੀ ਗੱਲ ਅਸੀਂ ਪਹਿਲਾਂ ਕਹਿ ਰਹੇ ਸੀਗੇ ਕਿ ਜੰਗਲ ਦੀ ਲੱਕੜੀ ਜਿਹੜੀ ਹੈ ਕੋਈ ਆਪਣੇ ਪਰਪਸ ਲਈ ਯੂਜ਼ ਨਹੀਂ ਕਰ ਸਕਦਾ, ਜੇ ਕੋਈ ਕਰਦਾ ਤਾਂ ਨੁਕਸਾਨ ਹੋ ਜਾਂਦਾ ਹੈ, ਤੇ ਸਿਰਫ ਅੰਤਿਮ ਸੰਸਕਾਰ ਦੇ ਵੇਲੇ ਹੀ ਇਹ ਲੱਕੜੀ ਵਰਤੀ ਜਾਂਦੀ ਹੈ। ਤੇ ਇਸ ਦਾ ਘੇਰਾ ਬਹੁਤ ਵਿਸ਼ਾਲ ਹੈ, ਏਰੀਆ ਜਿਹੜਾ ਉਹ ਵੀ ਹਾਲੇ ਤੱਕ ਮਿਣਿਆ ਗਿਣਿਆ ਨਹੀਂ ਗਿਆ ਹੈਗਾ ਕਿ ਕਿੰਨੇ ਏਕੜ ਹੈ। ਕਿਲੋਮੀਟਰਾਂ ਦੇ ਵਿੱਚ ਜ਼ਰੂਰ ਇਸ ਜੰਗਲ ਨੂੰ ਦੱਸਿਆ ਜਾ ਰਿਹਾ ਹੈ। ਤੇ ਵੱਡੀ ਗੱਲ ਇਹ ਵੀ ਹੈ ਕਿ ਜਿਹੜੇ ਇੱਥੇ ਦੇ ਦਰਖਤ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਪਹਾੜਾਂ ਦੇ ਨਾਲ ਮੇਲ ਜੋਲ ਖਾਂਦੇ ਨੇ। ਤੇ ਹਾਲਾਂਕਿ ਇਹ ਬਹੁਤ ਰਹੱਸਮਈ ਹੈ, ਯਕੀਨ ਕਰਨਾ ਔਖਾ ਹੈ ਕਿ ਇਹ ਜੰਗਲ ਜਿਹੜਾ ਬਾਬਾ ਜੀ ਨੇ ਉਡਾ ਕੇ ਇੱਥੇ ਲਿਆਂਦਾ ਸੀਗਾ। ਸੋ ਇਹਦੀ ਸੱਚਾਈ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ, ਪਰ ਲੋਕਾਂ ਦੇ ਵਿੱਚ ਇਹ ਇੱਕ ਮਾਨਤਾ ਜ਼ਰੂਰ ਹੈਗੀ।